ਕਾਂਚੀ ਟੀਵੀ ਨਾਲ ਜੁੜ ਬੈਠੇ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਦੇਖਣ ਵਾਲੇ ਜਿੰਨੇ ਵੀ ਵਿਊਅਰ ਹਨ ਸਾਰਿਆਂ ਨੂੰ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ, ਸਤਿ ਸ੍ਰੀ ਅਕਾਲ, अस्सलाम अलैकुम, नमस्ते। जिन्हें भी वीर भैन इस प्रोग्राम देख रहे हैं क्योंकि इस प्रोग्राम ਦੇ ਵਿੱਚ हमेशा ही ਸਾਂਝੀਵਾਲਤਾ ਦੀ ਗੱਲ ਕੀਤੀ ਜਾਂਦੀ ਹੈ, ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਸਾਰੇ ਗੁਰੂ ਪੀਰ ਪੈਗੰਬਰ ਜੋ ਵੀ ਰਿਸ਼ੀ ਮੁਨੀ ਹੁੰਦੇ ਹਨ ਅਸੀਂ ਉਹਨਾਂ ਬਾਰੇ ਗੱਲ ਕਰਿਆ ਕਰਦੇ ਹਾਂ। ਖਾਸ ਕਰਕੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ, ਸਤਿਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੇ ਵਿੱਚੋਂ ਕੋਈ ਨਾ ਕੋਈ ਸ਼ਬਦ ਲੈ ਕੇ ਅਸੀਂ ਗੁਰੂ ਰਵਿਦਾਸ ਜੀ ਦੇ ਮਿਸ਼ਨ ਦੀ ਗੱਲ ਕਰਿਆ ਕਰਦੇ ਹਾਂ। ਕਿਉਂਕਿ ਸਤਿਗੁਰੂ ਰਵਿਦਾਸ ਜੀ ਦਾ ਜੋ ਜਨਮ ਹੈ ਉਹ ਮਾਘ ਦੀ ਪੁੰਨਿਆ 1377 1377 ਮਾਘ ਦੀ ਪੁੰਨਿਆ ਫੈਬਰਵਰੀ ਮੰਥ ਦੇ ਵਿੱਚ ਹੋਇਆ। ਤਕਰੀਬਨ 650 ਸਾਲ ਹੋ ਗਏ ਹਨ ਉਦੋਂ ਤੋਂ ਲੈ ਕੇ ਜੋ ਵੀ ਉਹਨਾਂ ਨੇ ਸ਼ਬਦ ਲਿਖੇ ਹਨ, ਜੋ ਵੀ ਉਹਨਾਂ ਨੇ ਸਾਨੂੰ ਮੈਸੇਜਸ ਦਿੱਤੇ ਹਨ, ਉਹਨਾਂ ਨੂੰ ਲੱਗਦਾ ਹੈ ਕਿ ਗੁਰੂ ਜੀ ਨੇ ਬੜੇ ਹੀ ਚੰਗੇ ਤਰੀਕੇ ਦੇ ਨਾਲ ਸੋਚ ਸਮਝ ਕੇ ਉਹਨਾਂ ਸ਼ਬਦਾਂ ਦੇ ਬਾਰੇ ਵਿੱਚ ਗੱਲ ਕੀਤੀ ਹੈ। ਪੜ੍ਹਨ ਵੇਲੇ ਸਾਨੂੰ ਇਉਂ ਲੱਗਦਾ ਹੈ ਕਿ ਗੁਰੂ ਜੀ ਸ਼ਾਇਦ ਅੱਜ ਦੀ ਹੀ ਗੱਲ ਕਰ ਰਹੇ ਹੋਣ। ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਬਹੁਤ ਸਾਰੀਆਂ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਹੈ। ਉਹਨਾਂ ਦੇ ਮਤਲਬ, ਉਹਨਾਂ ਦੀ ਫਿਲਾਸਫੀ ਜੋ ਅੱਜ ਅਸੀਂ ਸੋਚਦੇ ਹਾਂ ਕਿ ਡੈਮੋਕ੍ਰੇਸੀ ਬਾਰੇ ਗੱਲ ਕਰਦੇ ਹਾਂ, ਹਿਊਮਨ ਰਾਈਟਸ ਬਾਰੇ ਗੱਲ ਕਰਦੇ ਹਾਂ, ਇਨਸਾਨੀਅਤ ਬਾਰੇ ਗੱਲ ਕਰਦੇ ਹਾਂ, ਆਪਸੀ ਭਾਈਚਾਰੇ ਬਾਰੇ ਗੱਲ ਕਰਦੇ ਹਾਂ, ਇਹ ਸਿਰਫ ਤੇ ਸਿਰਫ ਉਹਨਾਂ ਦੀਆਂ ਹੀ ਦੇਣਾ ਹਨ। ਅਤੇ ਉਹਨਾਂ ਨੇ ਜੋ ਸਮਾਜ ਦੇ ਲਈ, ਦੁਨੀਆ ਦੇ ਲਈ, ਇਨਸਾਨੀਅਤ ਦੇ ਲਈ ਇੱਕ ਹੋਕਾ ਲਾਇਆ, ਉਸ ਦੇ ਸਦਕਾ ਹੀ ਅੱਜ ਸਤਿਗੁਰੂ ਰਵਿਦਾਸ ਜੀ ਦਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਹੈ। ਸਾਰੇ ਧਰਮ ਦੇ ਲੋਕ ਸਤਿਗੁਰੂ ਰਵਿਦਾਸ ਜੀ ਨੂੰ ਚੁੱਕ ਕੇ ਸ਼ਰਧਾ ਨਾਲ ਪ੍ਰਣਾਮ ਕਰਦੇ ਹਨ ਕਿਉਂਕਿ ਉਹਨਾਂ ਨੇ ਇਨਸਾਨੀਅਤ ਦੀ ਗੱਲ ਕੀਤੀ, ਬਰਾਬਰਤਾ ਦੀ ਗੱਲ ਕੀਤੀ, ਆਪਸੀ ਭਾਈਚਾਰੇ ਦੀ ਗੱਲ ਕੀਤੀ। ਅਤੇ ਹਰ ਸਾਲ ਸਤਿਗੁਰੂ ਰਵਿਦਾਸ ਜੀ ਦਾ ਗੁਰਪੁਰਬ ਕਾਂਚੀ ਬਨਾਰਸ ਤੋਂ ਲੈ ਕੇ ਦੁਨੀਆ ਭਰ ਦੇ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ। ਅਤੇ ਇਸ ਸਾਲ 5 ਫਰਵਰੀ 2023 ਨੂੰ ਸਤਿਗੁਰੂ ਰਵਿਦਾਸ ਜੀ ਦਾ ਗੁਰਪੁਰਬ ਆ ਰਿਹਾ ਹੈ, ਜੋ ਕਿ ਐਤਵਾਰ ਸੰਡੇ ਵਾਲੇ ਦਿਨ ਹੈ। ਬਹੁਤ ਸਾਰੀਆਂ ਸੰਗਤਾਂ ਵਿਦੇਸ਼ਾਂ ਤੋਂ ਚੱਲ ਕੇ, ਚਾਹੇ ਉਹ ਕਿਤੇ ਵੀ ਰਹਿ ਰਹੇ ਹੋਣ, ਇੰਗਲੈਂਡ ਦੇ ਵਿੱਚ ਰਹਿ ਰਹੇ ਹੋਣ, ਅਮਰੀਕਾ ਦੇ ਵਿੱਚ ਹੋਣ, ਕੈਨੇਡਾ ਦੇ ਵਿੱਚ ਹੋਣ, ਆਸਟ੍ਰੇਲੀਆ ਵਿੱਚ ਹੋਣ, ਨਿਊਜ਼ੀਲੈਂਡ ਵਿੱਚ ਹੋਣ, ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਹੀ ਹੋਣ, ਉਹ ਦੂਰੋਂ ਦੂਰੋਂ ਚੱਲ ਕੇ ਸਤਿਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਵਾਰਾਣਸੀ ਕਾਂਚੀ ਦੇ ਵਿੱਚ ਜਾ ਕੇ ਉਹਨਾਂ ਦੇ ਦਰਸ਼ਨ ਕਰਦੇ ਹਨ। ਇੰਨਾ ਮੇਲਾ ਉੱਥੇ ਲੱਗਿਆ ਹੁੰਦਾ ਹੈ, ਸ਼ਾਇਦ ਇੰਨਾ ਮੇਲਾ ਕੁੰਭ 'ਤੇ ਵੀ ਨਾ ਲੱਗਦਾ ਹੋਵੇ ਜਿੰਨੀ ਸੰਗਤ ਦੇ ਵਿੱਚ ਜੋਸ਼ ਹੁੰਦਾ ਹੈ, ਸ਼ਰਧਾ ਹੁੰਦੀ ਹੈ। ਉਸ ਜਗ੍ਹਾ ਨੂੰ ਇੰਪਰੂਵ ਕਰਨ ਦੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਉਸ ਜਗ੍ਹਾ 'ਤੇ ਸਤਿਗੁਰੂ ਰਵਿਦਾਸ ਜੀ ਦਾ ਜੋ ਮੰਦਿਰ ਹੈ, ਜੋ ਯੂਨੀਵਰਸਿਟੀ ਦੇ ਲਾਗੇ ਹੈ, ਉਸ ਨੂੰ ਵੀ ਹੋਰ ਬਿਊਟੀਫੁਲ ਬਣਾਉਣ ਦੇ ਲਈ ਹਰ ਰੋਜ਼ ਸੰਗਤਾਂ ਦੇ ਵੱਲੋਂ ਕੋਈ ਨਾ ਕੋਈ ਡੋਨੇਸ਼ਨ, ਕੋਈ ਨਾ ਕੋਈ ਉਸ ਨੂੰ ਅੱਗੇ ਲੈ ਜਾਣ ਦੇ ਲਈ ਬਹੁਤ ਹੀ ਆਪਣੇ ਵੱਲੋਂ ਕੋਈ ਨਾ ਕੋਈ ਸਟੈਪਸ ਲਏ ਜਾਂਦੇ ਹਨ। ਮੈਂ ਆਪ ਜੀ ਨੂੰ ਸਤਿਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਜੋ ਸਤਿਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ 'ਤੇ ਜੋ ਜਲੰਧਰ ਤੋਂ ਚੱਲ ਕੇ ਟ੍ਰੇਨ ਜਾਂਦੀ ਹੈ, ਜਿਸ ਨੂੰ ਬੇਗਮਪੁਰਾ ਐਕਸਪ੍ਰੈਸ ਕਿਹਾ ਜਾਂਦਾ ਹੈ, ਉਹ 2-3 ਦਿਨ ਪਹਿਲਾਂ ਜਲੰਧਰ ਤੋਂ ਰਵਾਨਾ ਹੁੰਦੀ ਹੈ ਅਤੇ ਉਸ ਨੂੰ ਜਲੰਧਰ ਤੋਂ ਜਾ ਕੇ ਵਾਰਾਣਸੀ ਤੱਕ ਪਹੁੰਚਣ ਦੇ ਲਈ ਤਕਰੀਬਨ 26 ਤੋਂ ਲੈ ਕੇ 30 ਆਵਰਸ ਲੱਗ ਜਾਂਦੇ ਹਨ ਕਿਉਂਕਿ ਉਹ ਟ੍ਰੇਨ ਹਰ ਇੱਕ ਸਟੇਸ਼ਨ 'ਤੇ ਰੁਕ ਕੇ ਉੱਥੋਂ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਜਾਂਦੀ ਹੈ। ਟ੍ਰੇਨਾਂ ਤਾਂ ਉਸ ਤਰ੍ਹਾਂ ਵੀ ਬਹੁਤ ਸਾਰੀਆਂ ਜਾਂਦੀਆਂ ਹਨ, ਪਰ ਜੋ ਬੇਗਮਪੁਰਾ ਐਕਸਪ੍ਰੈਸ ਦਾ ਨਜ਼ਾਰਾ ਹੈ ਉਹ ਇੱਕ ਖਾਸ ਹੀ ਨਜ਼ਾਰਾ ਹੁੰਦਾ ਹੈ। ਆਓ ਆਪਾਂ ਉਹ ਨਜ਼ਾਰਾ ਆਪ ਜੀ ਨਾਲ ਸ਼ੇਅਰ ਕਰਦੇ ਹਾਂ। ਮੈਂ ਵੀ ਕਾਂਚੀ ਮਾਏ ਜਾਣਾ, ਮੈਨੂੰ ਜਾ ਲੈਣ ਦੇ, ਕਿਸ ਤਰ੍ਹਾਂ ਸੰਗਤਾਂ ਦੇ ਵਿੱਚ ਜੋਸ਼ ਹੁੰਦਾ ਹੈ। ਆਓ ਆਪਾਂ ਇਸ ਗਾਣੇ ਨੂੰ ਦੇਖਦੇ ਹਾਂ ਜੀ। कांची माए जाना, मैं भी कांची माए जाना, मैं भी कांची माए जाना, मैनू जा लैण दे, कांची वाले दे दीदार, कांची वाले दे दीदार जाके पा लैण दे, मैं भी कांची माए जाना, मैनू
ਹਰ ਸਾਲ ਗੱਡੀ ਮਾਂ ਜਲੰਧਰੋਂ ਜੋ ਜਾਂਦੀ ਏ ਗੁਰਾਂ ਦਾ ਜਨਮ ਦਿਨ ਕਾਂਛੀ ਜਾ ਮਨਾਉਂਦੀ ਏ ਹਰ ਸਾਲ ਗੱਡੀ ਮਾਂ ਗੁਰਾਂ ਦਾ ਜਨਮ ਦਿਨ ਉਸ ਗੱਡੀ ਦੀ ਤੂੰ ਟਿਕਟ ਕਟਾ ਲੈਣ ਦੇ ਮੈਂ ਵੀ ਕਾਂਛੀ ਮਾਏ ਜਾਣਾ ਮੈਨੂੰ ਜਾ ਲੈਣ ਦੇ ਮੈਂ ਵੀ ਕਾਂਛੀ ਮਾਏ ਜਾਣਾ ਜਿਨ ਜਾ ਕੇ ਦੇਖਿਆ ਨਾ ਕਾਂਛੀ ਦਰਬਾਰੇ ਉਹਦਾ ਭਲਾ ਦੱਸੋ ਕੀ ਗੁਰੂ ਨਾਲ ਪਿਆਰੇ ਜਿਨ ਜਾ ਕੇ ਦੇਖਿਆ ਨਾ ਕਾਂਛੀ ਦਰਬਾਰੇ ਉਹਦਾ ਭਲਾ ਦੱਸੋ ਕੀ ਗੁਰੂ ਨਾਲ ਪਿਆਰੇ ਰੀਝ ਦਿਲ ਵਾਲੀ ਮੈਨੂੰ ਵੀ ਪੁਗਾ ਲੈਣ ਦੇ ਮੈਂ ਵੀ ਕਾਂਛੀ ਮਾਏ ਜਾਣਾ ਮੈਨੂੰ ਜਾ ਲੈਣ ਦੇ ਮੈਂ ਵੀ ਕਾਂਛੀ ਮਾਏ ਜਾਣਾ ਸੁਪਨੇ ਵੀ ਮੈਨੂੰ ਮਾਏ ਕਾਂਛੀ ਦੇ ਹੀ ਆਉਂਦੇ ਨੇ ਲੱਗਦਾ ਗੁਰੂ ਜੀ ਮੈਨੂੰ ਆਪ ਹੀ ਬੁਲਾਉਂਦੇ ਨੇ ਸੁਪਨੇ ਵੀ ਮੈਨੂੰ ਮਾਏ ਕਾਂਛੀ ਦੇ ਹੀ ਆਉਂਦੇ ਨੇ ਲੱਗਦਾ ਗੁਰੂ ਜੀ ਮੈਨੂੰ ਆਪ ਹੀ ਬੁਲਾਉਂਦੇ ਨੇ ਜਲੰਧਰੀ ਨਸੀਬਾਂ ਨੂੰ ਜਗਾ ਲੈਣ ਦੇ ਮੈਂ ਵੀ ਕਾਂਛੀ ਮਾਏ ਜਾਣਾ ਮੈਨੂੰ ਜਾ ਲੈਣ ਦੇ ਮੈਂ ਵੀ ਕਾਂਛੀ ਮਾਏ ਜਾਣਾ ਮੈਂ ਵੀ ਕਾਸ਼ੀ ਮਾਏ ਜਾਣਾ ਮੈਨੂੰ ਜਾ ਲੈਣ ਦੇ ਸਤਿਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਸੰਗਤਾਂ ਦੇ ਵਿੱਚ ਇਸ ਮਹੀਨੇ ਵਿੱਚ ਬਹੁਤ ਹੀ ਜ਼ਿਆਦਾ ਜੋਸ਼ ਹੁੰਦਾ ਹੈ ਰਵਿਦਾਸੀ ਸਮਾਜ ਗੁਰੂ ਰਵਿਦਾਸ ਜੀ ਦੇ ਫਾਲੋਅਰ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਵਿੱਚ ਗਏ ਹਨ ਉੱਥੇ ਜਾ ਕੇ ਉਹਨਾਂ ਨੇ ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਦੀ ਗੱਲ ਕੀਤੀ ਉਹਨਾਂ ਨੇ ਸਤਿਗੁਰੂ ਰਵਿਦਾਸ ਜੀ ਦੀ ਫਿਲਾਸਫੀ ਦੀ ਗੱਲ ਕੀਤੀ ਸਤਿਗੁਰੂ ਰਵਿਦਾਸ ਜੀ ਦਾ ਜਨਮ ਮਾਘ ਦੀ ਪੁੰਨਿਆ 1377 ਨੂੰ ਹੋਇਆ ਤੇ ਸਤਿਗੁਰੂ ਨਾਨਕ ਦੇਵ ਜੀ ਦੇ ਨਾਲੋਂ ਉਹ ਉਮਰ ਦੇ ਵਿੱਚ 92 ਈਅਰ ਵੱਡੇ ਸਨ 92 ਸਾਲ 92 ਈਅਰ ਤੇ ਉਹਨਾਂ ਦੇ ਉਮਰ ਦਾ ਗੈਪ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਹੈ ਉਹ 1469 ਨੂੰ ਹੋਇਆ ਸੀ ਤੇ ਉਹਨਾਂ ਦੀ ਜੋ ਫਿਲਾਸਫੀ ਸੀ ਇਨਸਾਨੀਅਤ ਵਾਲੀ ਸੀ ਉਹਨਾਂ ਦੀ ਸੋਚ ਇੱਕ ਸੀ ਮਿਸ਼ਨ ਇੱਕ ਸੀ ਤੇ ਅੱਜ ਇਸੇ ਕਰਕੇ ਹੀ ਦੁਨੀਆ ਭਰ ਦੇ ਵਿੱਚ ਲੋਕ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਤੇ ਕਾਂਛੀ ਦੇ ਵਿੱਚ ਜਾ ਕੇ ਉਹਨਾਂ ਨੂੰ ਪ੍ਰਣਾਮ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ ਜਿੱਥੋਂ ਸਾਨੂੰ ਸਬਕ ਮਿਲਦੇ ਹਨ ਲੈਸਨ ਮਿਲਦੇ ਹਨ ਅਗਰ ਉਹਨਾਂ ਦੀ ਅਸੀਂ ਬਾਣੀ ਨੂੰ ਸ਼ਬਦਾਂ ਨੂੰ ਪੜ੍ਹਦੇ ਹਾਂ ਇੱਕ ਪਾਸੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਿਸ ਵੇਲੇ ਸਤਿਗੁਰੂ ਰਵਿਦਾਸ ਜੀ 600 ਸਾਲ ਪਹਿਲਾਂ ਜਾਂ 650 ਸਾਲ ਪਹਿਲਾਂ ਦੁਨੀਆ ਦੇ ਵਿੱਚ ਆਏ ਉਹਨਾਂ ਨੂੰ ਸਕੂਲ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੂੰ ਪੜ੍ਹਨ ਦਾ ਕੋਈ ਹੱਕ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਜੋ ਸ਼ਬਦ ਲਿਖੇ ਹਨ ਉਹਨਾਂ ਨੂੰ ਕੋਈ ਵੀ ਫਿਲਾਸਫਰ ਕੋਈ ਵੀ ਸਾਇੰਟਿਸਟ ਜਾਂ ਫਿਰ ਕੋਈ ਵੀ ਇਹੋ ਜਿਹਾ ਸਕਾਲਰ ਉਹਨਾਂ ਨੂੰ ਚੈਲੰਜ ਨਹੀਂ ਕਰ ਸਕਦਾ ਕਿ ਉਹ ਕਿਸੇ ਜਗ੍ਹਾ 'ਤੇ ਜਾ ਕੇ ਉਹਨਾਂ ਵਿੱਚੋਂ ਕੋਈ ਨੁਕਸ ਨਹੀਂ ਕੱਢ ਸਕਦਾ ਕਿਉਂਕਿ ਜੋ ਵੀ ਸ਼ਬਦ ਲਿਖੇ ਹਨ ਉਹਨਾਂ ਵਿੱਚ ਇੱਕ ਸੱਚਾਈ ਹੈ ਇੱਕ ਰਿਐਲਿਟੀ ਹੈ ਫੈਕਟਸ ਹਨ ਜ਼ਿੰਦਗੀ ਦੇ ਕੀ ਅਸੂਲ ਹਨ ਉਹਨਾਂ ਬਾਰੇ ਵਿੱਚ ਹੀ ਉਹਨਾਂ ਨੇ ਲਿਖਿਆ ਹੈ ਰਾਗ ਸੋਰਠ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਨੇ ਆਪਣੇ ਸ਼ਬਦਾਂ ਦੇ ਬਾਰੇ ਵਿੱਚ ਸ਼ਬਦ ਵਿੱਚ ਲਿਖੇ ਹਨ ਕਈ ਸ਼ਬਦ ਉਹਨਾਂ ਨੇ ਰਾਗ ਸੋਰਠ ਵਿੱਚ ਲਿਖੇ ਹਨ ਉਹਨਾਂ ਨੇ ਜੋ ਇਨਸਾਨ ਦੀ ਜ਼ਿੰਦਗੀ ਦੇ ਬਾਰੇ ਵਿੱਚ ਸਾਡੀ ਜ਼ਿੰਦਗੀ ਦੇ ਬਾਰੇ ਵਿੱਚ ਲਿਖਿਆ ਹੈ ਉਸ ਦੇ ਬਾਰੇ ਵਿੱਚ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਤੇ ਜੋ ਸ਼ਬਦ ਹੈ ਉਹ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਆਪਣੇ ਰਾਗਾਂ ਵਿੱਚ ਲਿਖਿਆ ਹੈ ਕਿ ਦੁਨੀਆ ਚਲਦੀ ਹੈ ਚਲਦੀ ਹੀ ਰਹਿਣੀ ਹੈ ਜਿਸ ਤਰ੍ਹਾਂ ਹਿਊਮਨ ਬਾਡੀ ਬਾਰੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਜਲ ਕੀ ਪੀਤ ਪਵਨ ਕਾ ਥੰਬਾ रक्त बूंद का गारा, हाड मास नाड़ी को पिंजर, पंखी वसे बेचारा। पंखी जो बर्ड हुंदे हन,
ਆਲਣੇ ਦੇ ਵਿੱਚ, ਨੈਸਟ ਦੇ ਵਿੱਚ ਜਾਂ ਉਹ ਟਰੀ ਦੇ ਵਿੱਚ ਥੋੜ੍ਹੇ ਟਾਈਮ ਲਈ ਰਹਿੰਦੇ ਹਨ ਅਤੇ ਜਦ ਉਹ ਉੱਡ ਕੇ ਚਲੇ ਜਾਂਦੇ ਹਨ ਅਤੇ ਫਿਰ ਉਹ ਨੈਸਟ ਜਾਂ ਫਿਰ ਉਹ ਆਲਣਾ ਉਹਨੂੰ ਹਮੇਸ਼ਾ ਲਈ ਖਾਲੀ ਹੋ ਜਾਂਦਾ ਹੈ। ਗੁਰੂ ਜੀ ਨੇ ਬੜੇ ਹੀ ਤਰੀਕੇ ਦੇ ਨਾਲ ਸਾਡੀ ਹਿਊਮਨ ਬਾਡੀ ਨੂੰ ਐਕਸਪਲੇਨ ਕਰਨ ਦੀ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਬਾਡੀ ਦਾ ਸਟਰਕਚਰ ਆ, ਫਰੇਮਵਰਕ ਆ, ਉਹਨਾਂ ਨੇ ਕਿਹਾ ਕਿ ਇਸ ਮੇਡ ਆਫ ਬੋਨਸ, ਹੱਡੀਆਂ ਦੇ ਬਣਿਆ ਹੋਇਆ ਹੈ। ਫਲੈਸ਼ ਐਂਡ ਵੇਨਸ, ਜੋ ਹੱਡੀਆਂ ਅਤੇ ਮਾਸ ਦਾ ਇੱਕ ਸਟਰਕਚਰ ਗੋਡ ਨੇ ਕ੍ਰੀਏਟ ਕਰਕੇ ਉਸ ਨੂੰ ਹਵਾ ਦਾ ਅਤੇ ਪਾਣੀ ਦਾ ਸਹਾਰਾ ਦਿੱਤਾ ਹੈ। ਦ ਬਾਡੀ ਇਜ਼ a wall of water supported by the pillar of air। ਹਵਾ ਦਾ ਸਹਾਰਾ ਹੈ। ਜਦ ਤੱਕ ਇਨਸਾਨ ਨੂੰ ਸਾਹ ਆਉਂਦਾ ਹੈ ਤੇ ਉਹ ਬਾਡੀ ਕੰਟੀਨਿਊਸਲੀ ਚੱਲਦੀ ਰਹਿੰਦੀ ਹੈ ਤੇ ਜਦ ਆਦਮੀ ਨੂੰ ਸਾਹ ਆਉਣਾ ਬੰਦ ਹੋ ਜਾਂਦਾ ਹੈ ਤੇ ਫਿਰ ਉਹ ਆਦਮੀ ਮਿੱਟੀ ਦੇ ਵਿੱਚ ਜਾ ਕੇ ਮਿੱਟੀ ਹੀ ਬਣ ਜਾਂਦਾ ਹੈ। ਕਿੰਨਾ ਲੌਜਿਕ ਹੈ ਇਹਨਾਂ ਗੱਲਾਂ ਦੇ ਵਿੱਚ ਕਿ ਕ੍ਰੀਏਟਰ ਨੇ, ਗੋਡ ਨੇ ਹਿਊਮਨ ਬਾਡੀ ਨੂੰ ਹੱਡੀਆਂ ਅਤੇ ਮਾਸ ਤੋਂ ਬਣਾ ਕੇ ਉਹਨੂੰ ਹਵਾ ਅਤੇ ਪਾਣੀ ਦਾ ਸਹਾਰਾ ਦਿੱਤਾ। ਰਿਐਲਿਟੀ ਹੈ, ਸੱਚਾਈ ਹੈ, ਫੈਕਟ ਹੈ। ਅਤੇ ਜਿੰਨੀ ਦੇਰ ਤੱਕ ਵੀ ਬਰੀਥ ਇਨ ਆਕਸੀਜਨ ਅਤੇ ਅਸੀਂ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ, ਉਨੀ ਦੇਰ ਤੱਕ ਸਾਡਾ ਹਾਰਟ ਪੰਪ ਕਰਦਾ ਰਹਿੰਦਾ ਹੈ ਅਤੇ ਜਿਸ ਵੇਲੇ ਸਾਡਾ ਹਾਰਟ ਪੰਪ ਕਰਨੋਂ ਬੰਦ ਹੋ ਜਾਂਦਾ ਹੈ, ਉਦੋਂ ਸਾਡੇ ਬ੍ਰੇਨ ਦੇ ਵਿੱਚ, ਸਾਡੇ ਹੈੱਡ ਦੇ ਵਿੱਚ ਇੱਕ ਇਹੋ ਜਿਹਾ ਕੰਪਿਊਟਰ, ਇੱਕ ਇਹੋ ਜਿਹੀ ਮਸ਼ੀਨ ਫਿੱਟ ਕੀਤੀ ਹੋਈ ਹੈ ਜੋ ਹਰ ਇੱਕ ਚੀਜ਼ ਨੂੰ ਸਿਗਨਲ ਦਿੰਦਾ ਹੈ, ਕੰਟਰੋਲ ਕਰਦਾ ਹੈ। ਪਰ ਜਿੰਨੀ ਦੇਰ ਤੱਕ ਉਸ ਨੂੰ ਪਾਣੀ ਅਤੇ ਹਵਾ ਦਾ ਏਅਰ ਪੰਪ ਕਰਦੀ ਰਹੇ, ਉਨੀ ਦੇਰ ਤੱਕ ਹੀ ਬਾਡੀ ਚੱਲਦੀ ਹੈ। ਅਤੇ ਜਦ ਉਹ ਬਾਡੀ ਦੇ ਵਿੱਚੋਂ ਸੋਲ, ਆਤਮਾ ਨਿਕਲ ਜਾਂਦੀ ਹੈ ਅਤੇ ਉਹ ਬਾਡੀ ਹਮੇਸ਼ਾ ਦੇ ਲਈ ਇੱਕ ਵੇਸਟ ਬਾਡੀ ਬਣ ਜਾਂਦੀ ਹੈ। ਉਸ ਨੂੰ ਕ੍ਰੀਮੇਟ ਕਰਤਾ ਜਾਵੇ, ਬੈਰੀ ਕਰਤਾ ਜਾਵੇ ਜਾਂ ਉਸ ਦੇ ਔਰਗਨਸ ਡੋਨੇਟ ਕਰਤੇ ਜਾਣ, ਉਹਨਾਂ ਦਾ ਉਸ ਬਾਡੀ 'ਤੇ ਕੋਈ ਵੀ ਅਸਰ ਨਹੀਂ ਹੁੰਦਾ। ਜਦ ਤੱਕ ਅਸੀਂ ਚੱਲਦੇ ਫਿਰਦੇ ਹਾਂ ਤਦ ਤੱਕ ਹੀ ਅਸੀਂ ਇਨਸਾਨ ਦੇ ਰੂਪ ਦੇ ਵਿੱਚ ਹਾਂ ਅਤੇ ਬਾਅਦ ਦੇ ਵਿੱਚ ਤੇ ਉਸ ਨੂੰ ਇੱਕ ਹਿਊਮਨ ਬਾਡੀ ਹੀ ਕਿਹਾ ਜਾਂਦਾ ਹੈ। ਗੁਰੂ ਜੀ ਦੇ ਸ਼ਬਦ, ਗੁਰੂ ਜੀ ਦੀ ਬਾਣੀ ਹੈ, ਜਲ ਕੀ ਪੀਤ ਪਵਨ ਕਾ ਥੰਬਾ। ਪੀਤ ਮੀਨਸ ਏ ਵੋਲ ਆਫ ਵਾਟਰ। ਪਵਨ ਮੀਨਸ ਏਅਰ, ਏਅਰ ਦਾ ਥੰਬਾ ਸਹਾਰਾ ਹੈ। ਰਕਤ ਬੂੰਦ ਕਾ ਗਾਰਾ, ਜਿਸ ਤਰ੍ਹਾਂ ਕਿਸੇ ਕੰਧ ਨੂੰ ਬਣਾਉਣ ਲਈ, ਦੀਵਾਰ ਨੂੰ ਬਣਾਉਣ ਦੇ ਲਈ ਸੀਮੈਂਟ ਮਿਕਸ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਜੋ ਸਾਡਾ ਬਲੱਡ ਹੈ ਜਾਂ ਪਾਣੀ ਹੈ ਉਸ ਨੂੰ ਮਿਕਸ ਕਰਕੇ ਉਸ ਬਾਡੀ ਨੂੰ ਚੱਲਦਾ ਰੱਖਣਾ ਪੈਂਦਾ ਹੈ। ਪਰ ਅਸੀਂ ਜ਼ਿੰਦਗੀ ਭਰ ਕਰਦੇ ਕੀ ਰਹਿੰਦੇ ਹਾਂ? ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਪੰਖ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰਕੇ ਕਿਹਾ, ਜਿਸ ਤਰ੍ਹਾਂ ਇੱਕ ਟਰੀ ਦੇ ਵਿੱਚ ਇੱਕ ਨੈਸਟ ਹੋਵੇ, ਉਸ ਨੈਸਟ ਦੇ ਵਿੱਚ ਬਰਡ ਹੋਵੇ, ਚਿੜੀਆਂ ਹੋਣ, ਅਤੇ ਉਹ ਜਿੰਨੀ ਦੇਰ ਤੱਕ ਉਹ ਚਿੜੀਆਂ ਉਸ ਬਰਡ ਦੇ ਵਿੱਚ ਰਹਿੰਦੀਆਂ ਹਨ, ਉਨੀ ਦੇਰ ਤੱਕ ਹੀ ਉਹ ਨੈਸਟ ਜਾਂ ਉਹ ਟਰੀ ਦੀ ਬਿਊਟੀ ਬਣੀ ਰਹਿੰਦੀ ਹੈ। ਅਤੇ ਜਦ ਉਹ ਬਰਡ ਉਸ ਦੇ ਵਿੱਚੋਂ ਉੱਡ ਜਾਂਦਾ ਹੈ ਅਤੇ ਫਿਰ ਉਹ ਹਮੇਸ਼ਾ ਦੇ ਲਈ ਆਲਣਾ ਖਾਲੀ ਹੋ ਜਾਂਦਾ ਹੈ। ਇਹੀ ਹੈ ਹਿਊਮਨ ਜ਼ਿੰਦਗੀ। ਨਾ ਧੁੱਪ ਰਹਿਣੀ, ਨਾ ਛਾਂ ਬੰਦਿਆ, ਨਾ ਪਿਓ ਰਹਿਣਾ, ਨਾ ਮਾਂ ਬੰਦਿਆ, ਹਰ ਸ਼ੈ ਨੇ ਆਖਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾਂ ਬੰਦਿਆ। ਦੁਨੀਆ ਚੱਲਦੀ ਹੈ, ਚੱਲਦੀ ਹੀ ਰਹਿਣੀ ਹੈ। ਇਸ ਕਰਕੇ ਗੁਰੂ ਜੀ ਸਾਨੂੰ ਆਦੇਸ਼ ਦਿੰਦੇ ਹਨ, ਰੱਖੋ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੀਮਾ, ਬੰਕੇ ਬਾਲ ਪੱਗ ਸਿਰ ਡੇਰੀ, ਇਹ ਤਨ ਹੋਇਓ ਭਸਮ ਕੀ ਢੇਰੀ। ਅਗੇਨ ਉਹਨਾਂ ਨੇ ਇਹੀ ਗੱਲ ਕੀਤੀ ਕਿ ਅਸੀਂ ਆਪਣੀ ਬਾਡੀ ਨੂੰ ਕਿਸ ਤਰ੍ਹਾਂ ਬਿਊਟੀਫੁਲ ਬਣਾਉਂਦੇ ਹਾਂ। ਕਦੇ ਆਪਣੇ ਵਾਲਾਂ ਨੂੰ ਸਵਾਰਦੇ ਹਾਂ, ਕਦੇ ਬਿਊਟੀਫੁਲ ਪੱਗ ਬੰਨ੍ਹਦੇ ਹਾਂ, ਕਦੇ ਅਸੀਂ ਸੋਹਣੇ ਸੋਹਣੇ ਕੱਪੜੇ ਪਾਉਂਦੇ ਹਾਂ, ਕਦੇ ਅਸੀਂ ਮੇਕਅਪ ਕਰਕੇ ਅਸੀਂ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ, ਬਿਊਟੀਫੁਲ ਬਣਾਉਣ ਦੇ ਲਈ ਅਸੀਂ ਹਮੇਸ਼ਾ ਹੀ ਲੱਗੇ ਰਹਿੰਦੇ ਹਾਂ। ਪਰ ਜਿਸ ਵੇਲੇ ਆਦਮੀ ਦੇ ਵਿੱਚੋਂ ਜਾਨ ਨਿਕਲ ਜਾਂਦੀ ਹੈ ਅਤੇ ਫਿਰ ਉਸ ਵੇਲੇ ਇਹੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਸਾਨੂੰ ਇਹ ਦੱਸਿਆ, ਐਟ ਦ ਐਂਡ ਦੇਰ ਇਜ਼ ਓਨਲੀ 3.5 cubic feet। ਜਿਹੜੀ ਜਗ੍ਹਾ ਹੈ ਉਹ ਆਦਮੀ ਦੇ ਹਿੱਸੇ ਆਉਂਦੀ ਹੈ। ਜਿੰਨੀ ਦੇਰ ਮਰਜ਼ੀ ਉਹ ਆਪਣੀ ਪੱਗ ਨੂੰ ਸਵਾਰਦਾ ਰਹੇ, ਬਾਲਾਂ ਨੂੰ ਸਵਾਰਦਾ ਰਹੇ, ਉਹ ਅਕਸਰ ਖਤਮ ਹੋ ਜਾਂਦੇ ਹਨ। ਇਹ ਤਨ ਐਸਾ ਜੈਸੇ ਘਾਸ ਕੀ ਤਾਟੀ, ਜਲ ਗਿਓ ਘਾਸ ਤੋ ਰਲ ਗਿਆ ਮਾਟੀ। ਇਹ ਗੁਰੂ ਜੀ ਦੇ ਦੂਸਰੇ ਸ਼ਬਦਾਂ ਦੇ ਵਿੱਚ ਵੀ ਲਿਖਿਆ ਹੈ। ਗੁਰੂ ਜੀ ਸਾਨੂੰ ਹਰ ਇੱਕ ਸ਼ਬਦ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਰੱਖੋ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੀਮਾ, ਬੰਕੇ ਬਾਲ ਪੱਗ ਸਿਰ ਢੇਰੀ, ਇਹ ਤਨ ਹੋਇਓ ਭਸਮ ਕੀ ਢੇਰੀ, ਉੱਚੇ ਮੰਦਰ ਸੁੰਦਰ ਨਾਰੀ,
ਰਾਮ ਨਾਮ ਬਿਨ ਬੈਜੀ ਹਾਰੀ। ਅਗਰ ਅਸੀਂ ਆਪਣੇ ਲਾਰਡ ਨੂੰ, ਆਪਣੇ ਮਾਲਕ ਨੂੰ, ਰੱਬ ਨੂੰ ਅਸੀਂ ਯਾਦ ਨਹੀਂ ਕਰਦੇ ਤੇ ਐਟ ਦ ਐਂਡ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਜਾਂਦੇ ਹਾਂ। ਆਪਣੀ ਜ਼ਿੰਦਗੀ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਰੱਖਣਾ ਸਾਨੂੰ ਬਾਰ-ਬਾਰ ਗੁਰੂ ਜੀ ਸਮਝਾਉਂਦੇ ਹਨ। ਮੇਰੀ ਜਾਤ ਕਮੀਨੀ ਪਾਤ ਕਮੀਨੀ ਓਸ਼ਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਜਮਾਰਾ। ਗੁਰੂ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹਰ ਇੱਕ ਸ਼ਬਦ ਦੇ ਐਂਡ ਤੇ ਜਾ ਕੇ ਉਹਨੇ ਆਪਣਾ ਨਾਮ ਜ਼ਰੂਰ ਲਿਖਿਆ ਹੈ। ਅਗਰ ਉਹ ਆਪਣਾ ਨਾਮ ਨਾ ਲਿਖਦੇ ਤੇ ਸ਼ਾਇਦ ਇਹ ਸ਼ਬਦ ਕਿਸੇ ਹੋਰ ਰਾਈਟਰ ਦੇ ਵੱਲੋਂ ਜਾਂ ਫਿਰ ਕਿਸੇ ਨੇ ਇਹ ਸਟੀਲ ਕਰਕੇ ਉਹ ਆਪਣਾ ਨਾਮ ਲਿਖ ਲੈਣਾ ਸੀ। ਗੁਰੂ ਜੀ ਨੇ ਹਰ ਇੱਕ ਸ਼ਬਦ ਤੇ ਨਾਲ ਆਪਣੀ ਸਟੈਂਪ ਲਾਈ ਹੈ ਕਿ ਹਿਊਮਨ ਲਾਈਫ ਜੋ ਇੱਕ ਇਨਸਾਨੀਅਤ ਹੈ, ਅਸੀਂ ਛੋਟੇ ਕੰਮ ਕਰਦੇ ਹਾਂ, ਸਾਡਾ ਜਿਹੜਾ ਸੋਸ਼ਲ ਸਟੇਟਸ ਉਹ ਛੋਟਾ ਹੁੰਦਾ ਹੈ ਕਿਉਂਕਿ ਸਾਡੀ ਸੋਚ ਜਿਸ ਪਾਸੇ ਵੱਲ ਸਾਨੂੰ ਲੈ ਜਾਵੇ ਅਸੀਂ ਉਸ ਪਾਸੇ ਵੱਲ ਹੀ ਚਲੇ ਜਾਂਦੇ ਹਾਂ। ਜਿਸ ਪਾਸੇ ਵੱਲ ਸਾਨੂੰ ਸੁਸਾਇਟੀ ਜਾਂ ਸੰਗਤ ਲੈ ਜਾਵੇ ਅਸੀਂ ਉਸ ਪਾਸੇ ਵੱਲ ਹੀ ਤੁਰਦੇ ਰਹਿੰਦੇ ਹਾਂ। ਕੂਪ ਭਰਿਓ ਜੈਸੇ ਦਾਦਰਾ, ਕੁਛ ਦੇਸ਼ ਵਿਦੇਸ਼ ਨਾ ਬੂਝ, ਐਸਾ ਮੇਰਾ ਮਨ ਵਿਖਿਆ ਬਮੋਇਆ, ਕੁਛ ਆਰਾ ਪਾਰ ਨਾ ਸੂਝ। ਅਸੀਂ ਲੋਕ, ਹਿਊਮਨ ਲੋਕ ਦਾ ਸਾਡਾ ਜੋ ਦਿਮਾਗ ਹੈ ਇਟਸ ਲਾਈਕ ਏ ਪਿਟ ਫੁੱਲ ਆਫ ਫਰੋਗਸ। ਜਿਸ ਤਰ੍ਹਾਂ ਇੱਕ ਡੱਡੂ ਹੋਣ ਇੱਕ ਛੱਪੜ ਦੇ ਵਿੱਚ ਤੇ ਉਹਨਾਂ ਨੂੰ ਆਪਣੇ ਛੱਪੜ ਦਾ ਹੀ ਜ਼ਿਆਦਾ ਪਤਾ ਹੁੰਦਾ ਹੈ, ਜ਼ਿਆਦਾ ਉਸ ਤੋਂ ਨੌਲੇਜ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਅਸੀਂ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਸਾਨੂੰ ਛੋਟੇ ਜਿਹੇ ਸਰਕਲ ਦਾ ਪਤਾ ਹੀ ਹੁੰਦਾ ਹੈ। ਅਸੀਂ ਉਸ ਤੋਂ ਬਾਹਰ ਨਿਕਲ ਕੇ ਬਾਹਰਲੀ ਦੁਨੀਆ ਨੂੰ ਕਦੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪਰ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ, ਇਹਨਾਂ ਸ਼ਬਦਾਂ ਦੇ ਵਿੱਚੋਂ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਦਿਮਾਗ ਦੇ ਵਿੱਚ, ਸਾਡੀ ਬੋਡੀ ਦੇ ਵਿੱਚ ਇਹਨਾਂ ਸ਼ਬਦਾਂ ਦਾ ਅਸਰ ਜ਼ਰੂਰ ਹੁੰਦਾ ਹੈ। ਕਿਉਂਕਿ ਸ਼ਬਦਾਂ ਨੂੰ ਪੜ੍ਹਨਾ, ਸ਼ਬਦਾਂ ਨੂੰ ਸੁਣਨਾ, ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਡਿਗ ਆਊਟ ਕਰਕੇ ਉਹਨਾਂ ਵਿੱਚੋਂ ਕੁਛ ਨਾ ਕੁਛ ਲੱਭਦੇ ਹਾਂ ਜਦ, ਤੇ ਫਿਰ ਸਾਨੂੰ ਐਕਚੁਅਲੀ ਜੋ ਗੁਰੂ ਜੀ ਦੀ ਲਾਈਟ ਹੈ, ਜਿਸ ਗੁਰੂ ਰਵਿਦਾਸ ਜੀ ਸਾਨੂੰ ਲਾਈਟ ਦੇਣਾ ਚਾਹੁੰਦੇ ਆ ਕਿ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੇ ਪਵਨ ਸਗਲਾਰੇ, ਕਿ ਜਦ ਉਸ ਵਿੱਚ ਮੈਸੇਜ ਮਿਲ ਜਾਂਦਾ ਹੈ, ਸਾਨੂੰ ਉਸ ਵਿੱਚ ਲਾਈਟ ਮਿਲ ਜਾਂਦਾ ਹੈ, ਸਾਨੂੰ ਚਾਨਣ ਹੋ ਜਾਂਦਾ ਹੈ ਤੇ ਫਿਰ ਸਾਡੀ ਜ਼ਿੰਦਗੀ ਦੇ ਹਨੇਰੇ ਖਤਮ ਹੋ ਜਾਂਦੇ ਹਨ। ਗੁਰੂ ਜੀ ਦੇ ਸ਼ਬਦਾਂ ਦੇ ਵਿੱਚੋਂ, ਗੁਰੂ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਹਰ ਇੱਕ ਸ਼ਬਦ ਉਹਨਾਂ ਦਾ, ਕਿਸੇ ਸ਼ਬਦ ਨੂੰ ਪੜ੍ਹ ਲਿਆ ਜਾਵੇ, ਉਸ ਸ਼ਬਦ ਦੇ ਵਿੱਚੋਂ ਸਾਨੂੰ ਕੁਛ ਇੱਕ ਡਿਫਰੈਂਟ ਤਰੀਕੇ ਦੇ ਨਾਲ, ਇੱਕ ਸਾਇੰਟੀਫਿਕ ਤਰੀਕੇ ਦੇ ਨਾਲ, ਇੱਕ ਮਾਡਰਨ ਤਰੀਕੇ ਦੇ ਨਾਲ ਸਾਨੂੰ ਗੁਰੂ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਓ ਆਪਾਂ ਗੁਰੂ ਜੀ ਦੇ ਸ਼ਬਦਾਂ ਦੇ ਵਿੱਚੋਂ ਕੁਛ ਨਾ ਕੁਛ ਸਿੱਖੀਏ, ਕੁਛ ਨਾ ਕੁਛ ਸਮਝੀਏ, ਕੁਛ ਨਾ ਕੁਛ ਉਹਨਾਂ ਦੇ ਵਿੱਚੋਂ ਆਪਣੀ ਜ਼ਿੰਦਗੀ ਜਾਂ ਆਪਣੀ ਬੋਡੀ ਜਾਂ ਆਪਣੇ ਪਰਿਵਾਰ ਦੇ ਵਿੱਚ ਲੈ ਕੇ ਜਾਈਏ, ਜਿਸ ਨੂੰ ਅਸੀਂ ਪ੍ਰੈਕਟੀਕਲੀ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਮੋਲਡ ਕਰ ਲਈਏ ਤੇ ਫਿਰ ਸਾਨੂੰ ਉਹਨਾਂ ਦੀ ਐਕਚੁਅਲੀ ਰਿਐਲਿਟੀ, ਐਕਚੁਅਲੀ ਸੱਚਾਈ, ਉਹਨਾਂ ਦੇ ਐਕਚੁਅਲੀ ਮੈਸੇਜ ਦਾ ਪਤਾ ਲੱਗ ਜਾਂਦਾ ਹੈ। ਅਦਰਵਾਈਜ਼ ਅਸੀਂ ਭੁੱਲੇ ਭਟਕੇ ਡਾਰਕਨੈਸ ਦੇ ਵਿੱਚ ਰਹਿ ਕੇ ਹੀ ਆਪਣੀ ਜ਼ਿੰਦਗੀ ਜਿਉਂਦੇ ਰਹਿੰਦੇ ਹਾਂ। ਧਰਮ ਕੋਈ ਵੀ ਹੋਵੇ ਮਾੜਾ ਨਹੀਂ ਹੁੰਦਾ। ਹਰ ਇੱਕ ਧਰਮ ਦੇ ਆਪੋ ਆਪਣੇ ਅਸੂਲ ਹੁੰਦੇ ਹਨ। ਜਿਸ ਵੀ ਪੀਰ, ਜਿਸ ਵੀ ਪੈਗੰਬਰ, ਜਿਸ ਵੀ ਫਿਲਾਸਫਰ ਜਾਂ ਜਿਸ ਵੀ ਗੁਰੂ ਦੀ ਅਸੀਂ ਫਿਲਾਸਫੀ ਨੂੰ ਫੋਲੋ ਕਰਦੇ ਹਾਂ, ਉਹ ਗੁਰੂ ਸਾਡੇ ਲਈ ਗੁਰੂ, ਟੀਚਰ ਬਣ ਜਾਂਦਾ ਹੈ, ਜੋ ਸਾਨੂੰ ਉਂਗਲੀ ਤੋਂ ਫੜ ਕੇ ਸਾਨੂੰ ਕਿਸੇ ਇੱਕ ਇਹੋ ਜਿਹੀ ਮੰਜ਼ਿਲ ਦੇ ਵੱਲ, ਇੱਕ ਇਹੋ ਪਾਸੇ ਵੱਲ ਲਿਜਾ ਕੇ ਸਾਨੂੰ ਇੰਨਾ ਗਿਆਨ ਦਿੰਦੇ ਹਨ, ਇੰਨਾ ਨੌਲੇਜ ਦਿੰਦੇ ਹਨ ਕਿ ਉਸ ਨੌਲੇਜ ਦੇ ਨਾਲ ਸਾਡੀ ਜ਼ਿੰਦਗੀ ਸੁਧਰ ਜਾਂਦੀ ਹੈ। ਗੁਰੂ ਜੀ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਕੁਝ ਉਹਨਾਂ ਨੇ ਸਮਝਾਇਆ। ਉਹਨਾਂ ਨੇ ਸਾਡੀ ਬੋਡੀ ਨੂੰ, ਜਿਸ ਤਰ੍ਹਾਂ ਇੱਕ ਪਾਸੇ ਉਹਨਾਂ ਨੇ ਇਹ ਕਹਿਤਾ ਕਿ ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਨਾ ਮਾਸ ਨਾੜੀ ਕੋ ਪਿੰਜਰ, ਪੰਖੀ ਵਸੇ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਸਾਰੀ ਜ਼ਿੰਦਗੀ ਵਿੱਚ ਅਸੀਂ ਮੇਰਾ ਤੇਰਾ ਹੀ ਕਰਦੇ ਰਹਿੰਦੇ ਹਾਂ, ਪਰ ਇਹ ਕੁਛ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਵੀ ਆਰ ਓਲ ਪਪਿਟਸ ਆਫ ਕਲੇ। ਸਾਨੂੰ ਕ੍ਰੀਏਟਰ ਨੇ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਕਿ ਸਾਨੂੰ ਇਹੋ ਜਿਹੀ ਸਾਡੀ ਬੋਡੀ ਨੂੰ, ਸਾਡੀ ਬੋਡੀ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਉਹਨਾਂ ਨੇ ਬੋਨਸ ਲਾ ਕੇ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਹੱਥ ਪੈਰ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਬ੍ਰੇਨ ਦਿੱਤਾ ਹੈ ਤੇ ਉਸ ਦੇ ਸਿਗਨਲ ਦੇ ਨਾਲ ਹੀ ਅਸੀਂ ਜੋ ਕੰਮ ਕਰਦੇ ਹਾਂ ਉਹ ਕੰਮ ਹੁੰਦਾ ਰਹਿੰਦਾ ਹੈ। ਅਦਰਵਾਈਜ਼ ਵੀ ਆਰ ਓਲ ਪਪਿਟਸ ਆਫ ਕਲੇ
ਮਿੱਟੀ ਦੇ ਬਣੇ ਹੋਏ ਅਸੀਂ ਇਨਸਾਨ ਹਾਂ, ਪੁਤਲੇ ਹਾਂ। ਤੇ ਜੋ ਕ੍ਰੀਏਟਰ ਹੈ, ਜੋ ਯੂਨੀਵਰਸ ਦਾ ਮਾਲਕ ਹੈ, ਉਹ ਜੋ ਸਾਡੇ ਕੋਲੋਂ ਜੋ ਵੀ ਕਰਵਾਉਣਾ ਚਾਹਵੇ ਉਹ ਕਰਵਾਉਂਦਾ ਰਹਿੰਦਾ ਹੈ। ਮਾਟੀ ਕਾ ਪੁਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ। जब कुछ पावे तब गर्व करत है, माया गई तब रोवन लगत है। वी ऑल नो दैट, सानू सारिਆਂ ਨੂੰ ਪਤਾ ਹੈ ਕਿ ਜਿਸ ਆਦਮੀ ਦੇ ਕੋਲ ਜ਼ਿਆਦਾ ਮਾਇਆ ਆ ਜਾਵੇ, ਜ਼ਿਆਦਾ ਪੈਸਾ ਆ ਜਾਵੇ, ਫਿਰ ਉਹ ਪ੍ਰਾਊਡ ਤੇ ਅਹੰਕਾਰ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ ਹੈ। ਸੋ ਵੈਨ ਵੀ ਲੂਜ਼ ਦ ਮਨੀ, ਸਾਡੇ ਹੱਥੋਂ ਸਾਰਾ ਕੁਝ ਬਿਜ਼ਨਸ ਵਪਾਰ ਲੂਜ਼ ਹੋ ਜਾਵੇ, ਲੋਸਟ ਹੋ ਜਾਵੇ, ਤੇ ਫਿਰ ਅਸੀਂ ਰੋਂਦੇ ਹਾਂ, ਫਿਰ ਆਪਣੀ ਕਿਸਮਤ ਨੂੰ, ਆਪਣੀ ਤਕਦੀਰ ਨੂੰ ਅਕਿਊਜ਼ ਕਰਦੇ ਹਾਂ। ਗੁਰੂ ਜੀ ਨੇ ਬੜੇ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਹਰ ਇੱਕ ਮੋੜ 'ਤੇ ਲਿਆ ਕੇ ਸਾਨੂੰ ਇੱਕ ਚੰਗੇ ਇਨਸਾਨ ਬਣਨ ਦਾ ਸਬਕ ਦਿੱਤਾ ਹੈ। ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਵੀ ਆਰ ਆਲ ਪਪਿਟਸ ਆਫ ਕਲੇ। ਦੇਖਦੇ ਹਾਂ, ਸੁਣਦੇ ਹਾਂ, ਦੌੜੇ ਫਿਰਦੇ ਹਾਂ, ਇਸੇ ਦੇ ਵਿੱਚ ਹੀ ਸਾਡੀ ਜ਼ਿੰਦਗੀ ਨਿਕਲ ਜਾਂਦੀ ਹੈ। ਜਬ ਕੁਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਮਨ ਵਿੱਚ ਕਰਮ ਲਸ ਕਸੇ ਲੁਬਾਨਾ, ਬਿਨਸ ਗਿਆ ਤਾਂ ਕਾਹੂ ਸਮਾਨਾ। ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀਗਰ ਸਿਓ ਮੋਹੇ ਪ੍ਰੀਤ ਬਣ ਆਏ। ਗੁਰੂ ਜੀ ਕਹਿੰਦੇ ਹਨ ਕਿ ਜੋ ਬਾਜੀਗਰ ਹੈ, ਜੋ ਕੰਟਰੋਲਰ ਹੈ, ਜਿਸ ਨੇ ਸਾਨੂੰ ਬਣਾਇਆ ਹੈ, ਉਸ ਦੇ ਨਾਲ ਮੇਰੀ ਪ੍ਰੀਤ ਹੈ। ਗੁਰੂ ਜੀ ਨੇ ਆਪ ਕਿਹਾ ਕਿ ਉਸ ਪਰਮਾਤਮਾ ਦੇ ਨਾਲ ਆਪਣੀ ਪ੍ਰੀਤ ਨੂੰ ਲਿੰਕ ਜੋੜਨ ਦੇ ਲਈ ਉਹਨਾਂ ਨੇ ਕਿਹਾ ਕਿ ਜਦ ਸਾਨੂੰ ਉਹ ਲਿੰਕ ਸਮਝ ਆ ਜਾਂਦਾ ਹੈ ਤੇ ਫਿਰ ਅਸੀਂ ਕੁਛ ਨਾ ਕੁਛ ਚੰਗਾ ਸੋਚਦੇ ਹਾਂ। ਆਓ ਆਪਾਂ ਚੰਗਾ ਸੋਚੀਏ, ਆਪਣੀ ਸੋਚ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ। ਅਗਰ ਅਸੀਂ ਕਿਸੇ ਦੇ ਕੰਮ ਆ ਸਕੀਏ ਤੇ ਉਸ ਦੇ ਕੰਮ ਆਈਏ, ਇੱਕ ਦੂਸਰੇ ਦੀ ਮਦਦ ਕਰੀਏ, ਇੱਕ ਦੂਸਰੇ ਦੇ ਵਿਰੁੱਧ ਜੋ ਪਾਈਆਂ ਹੋਈਆਂ ਗੰਢਾਂ ਹਨ ਜਾਂ ਇੱਕ ਦੂਸਰੇ ਦੇ ਨਾਲ ਪਾਏ ਹੋਏ ਜੋ ਲੜਾਈ ਝਗੜੇ ਹਨ, ਅਸੀਂ ਉਹਨਾਂ ਨੂੰ ਖਤਮ ਕਰਕੇ ਇੱਕ ਇਹੋ ਜਿਹਾ ਸਮਾਜ ਕ੍ਰੀਏਟ ਕਰੀਏ ਜਿਸ ਨੂੰ ਸਤਿਗੁਰੂ ਰਵਿਦਾਸ ਜੀ ਨੇ ਬੇਗਮਪੁਰੇ ਦਾ ਨਾਮ ਦਿੱਤਾ ਹੈ। ਬੇਗਮਪੁਰਾ, ਜਿੱਥੇ ਕਿਸੇ ਨੂੰ ਕੋਈ ਗਮ ਨਹੀਂ, ਜਿੱਥੇ ਕਿਸੇ ਨੂੰ ਕੋਈ ਤਕਲੀਫ ਨਹੀਂ, ਜਿੱਥੇ ਕਿਸੇ ਨੂੰ ਦੇ ਨਾਲ ਕੋਈ ਲੜਦਾ ਝਗੜਦਾ ਨਹੀਂ, ਸ਼ਾਂਤੀ ਦੇ ਨਾਲ ਸਾਰੇ ਲੋਕ ਰਹਿ ਰਹੇ ਹਨ। ਰਵਿਦਾਸੀਆ ਸਮਾਜ ਦੇ ਵੀਰ ਭੈਣ, ਸਾਡੇ ਬਜ਼ੁਰਗ ਜਦੋਂ ਤੋਂ ਵੀ ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਆਏ ਹਨ, ਉਹ ਜਿੱਥੇ ਜਿੱਥੇ ਵੀ ਗਏ ਹਨ, ਅੱਜ ਅਸੀਂ ਖੁਸ਼ਕਿਸਮਤ ਹਾਂ ਕਿ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਟਾਊਨ ਦੇ ਵਿੱਚ, ਚਾਹੇ ਉਹ ਯੂਰਪ ਦਾ ਟਾਊਨ ਹੋਵੇ ਜਾਂ ਫਿਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਕਿਸੇ ਵੀ ਬੜੇ ਬੜੇ ਸ਼ਹਿਰ ਹੋਣ, ਉਹਨਾਂ ਦੇ ਵਿੱਚ ਅੱਜ ਗੁਰੂ ਰਵਿਦਾਸ ਜੀ ਦੇ ਮਿਸ਼ਨ ਦੀਆਂ ਗੱਲਾਂ ਹੋ ਰਹੀਆਂ ਹਨ। ਸਾਡੇ ਬਜ਼ੁਰਗ 1956 1957 ਤੋਂ ਜਦੋਂ ਇੰਡੀਪੈਂਡੈਂਸ, ਜੋ ਪਾਕਿਸਤਾਨ ਬਣਿਆ, ਉਸ ਤੋਂ ਬਾਅਦ ਦੇ ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ। ਇੰਡੀਆ ਨੂੰ ਇੱਕ ਡੈਮੋਕ੍ਰੈਟਿਕ ਕੰਟਰੀ ਕਿਹਾ ਗਿਆ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੰਵਿਧਾਨ ਬਣਾਇਆ ਗਿਆ ਹੈ। ਉਸ ਤੋਂ ਬਾਅਦ ਵਿੱਚ ਲੋਕਾਂ ਨੂੰ ਓਪਰਚੁਨਿਟੀ ਮਿਲੀ, ਇੰਗਲੈਂਡ ਆਏ। ਇੰਗਲੈਂਡ ਦੇ ਵਿੱਚ ਆਉਂਦਿਆਂ ਹੀ ਉਹਨਾਂ ਨੇ ਆਪਣੇ ਘਰਾਂ ਨੂੰ, ਆਪਣੇ ਸਮਾਜ ਨੂੰ, ਆਪਣੇ ਪਰਿਵਾਰ ਨੂੰ ਉੱਚਾ ਚੁੱਕਣ ਦੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ। ਕਿਰਾਏ ਦੇ ਮਕਾਨਾਂ ਵਿੱਚ ਰਹਿਣ ਤੋਂ ਲੈ ਕੇ ਛੋਟੇ ਛੋਟੇ ਉਹਨਾਂ ਨੇ ਘਰ ਖਰੀਦੇ। ਉਸ ਤੋਂ ਬਾਅਦ ਦੇ ਵਿੱਚ ਚੰਗੀਆਂ ਗੱਡੀਆਂ, ਚੰਗੇ ਘਰ ਖਰੀਦੇ। ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਇੱਕ ਚੰਗੀ ਸੇਧ ਦਿੱਤੀ। ਚੰਗੀ ਸੇਧ ਦੇਣ ਦੇ ਲਈ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਈ। ਅੱਜ ਅਸੀਂ ਦੇਖਦੇ ਹਾਂ ਕਿ ਰਵਿਦਾਸੀਆ ਸਮਾਜ, ਸਾਡੇ ਵੀਰ ਭੈਣ ਬਹੁਤ ਚੰਗੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀ ਰਹੇ ਹਨ। ਐਜੂਕੇਸ਼ਨ, ਬਾਬਾ ਸਾਹਿਬ ਜੀ ਨੇ ਐਜੂਕੇਸ਼ਨ ਦੀ ਗੱਲ ਕੀਤੀ ਕਿ ਪੜ੍ਹਾਈ ਕਰੋ। ਗੁਰੂ ਰਵਿਦਾਸ ਜੀ ਨੇ ਵੀ ਇਹੀ ਗੱਲ ਕੀਤੀ ਕਿ ਬਿਨਾਂ ਐਜੂਕੇਸ਼ਨ, ਬਿਨਾਂ ਨੌਲੇਜ, ਜੋ ਸਾਡੀ ਸੋਚ ਦਾ ਦੀਵਾ ਹੈ ਉਹ ਮੱਧਮ ਹੋ ਜਾਂਦਾ ਹੈ। ਜਿਸ ਤਰ੍ਹਾਂ ਇੱਕ ਲਾਈਟ ਡਿਮ ਹੋ ਜਾਵੇ, ਉਸ ਦੇ ਵਿੱਚ ਇੰਨਾ ਜ਼ਿਆਦਾ ਕਲੈਰਿਟੀ ਨਹੀਂ ਹੁੰਦੀ। ਜਦੋਂ ਉਸ ਦੇ ਵਿੱਚ ਲਾਈਟ ਮਿਲ ਜਾਵੇ, ਚਾਨਣ ਮਿਲ ਜਾਵੇ, ਤੇ ਫਿਰ ਉਹ ਚਾਨਣ ਦੇ ਨਾਲ ਸਾਨੂੰ ਨੌਲੇਜ ਮਿਲਦਾ ਹੈ, ਗਿਆਨ ਮਿਲਦਾ ਹੈ। ਆਓ ਆਪਾਂ ਇਹ ਚਾਨਣ ਮੁਨਾਰਾ ਜੋ ਗੁਰੂ ਜੀ ਨੇ ਸਾਨੂੰ ਦਿੱਤਾ ਹੈ, ਇਸ ਨੂੰ ਦੁਨੀਆ ਭਰ ਦੇ ਵਿੱਚ ਲੈ ਕੇ ਜਾਈਏ। ਅੱਜ ਟੈਲੀਵਿਜ਼ਨ ਤੁਹਾਡਾ ਆਪਣਾ ਹੈ, ਰੇਡੀਓ ਤੁਹਾਡਾ ਆਪਣਾ ਹੈ, ਮੀਡੀਆ, ਅਖਬਾਰ ਤੁਹਾਡੀ ਆਪਣੀ ਹੈ, ਕੰਚੀ ਟੀਵੀ ਤੁਹਾਡਾ ਆਪਣਾ ਟੀਵੀ ਹੈ। ਇਸ ਟੀਵੀ ਦੇ ਨਾਲ ਜੁੜੇ ਰਹੋ, ਇਸ ਟੀਵੀ ਦੀ ਮਦਦ ਕਰੋ। ਇਸ ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਤੇ ਤੁਹਾਡੇ ਫਾਈਨੈਂਸ ਦੀ ਕਾਫੀ ਜ਼ਰੂਰਤ ਹੈ। ਤੁਸੀਂ ਇਸ ਨੂੰ ਫਾਈਨੈਂਸ਼ੀਅਲੀ ਸਪੋਰਟ ਕਰੋ।
ਤੁਹਾਡਾ ਕੋਈ ਬਿਜ਼ਨਸ ਵਪਾਰ ਹੈ ਤੇ ਤੁਸੀਂ ਉਸ ਦੀ ਐਡਵਰਟਾਈਜ਼ ਦੇ ਕੇ ਵੀ ਇਸ ਦੀ ਸਪੋਰਟ ਕਰ ਸਕਦੇ ਹੋ। ਉਸ ਦੇ ਦੋ ਫਾਇਦੇ ਹੁੰਦੇ ਹਨ। ਇੱਕ ਤੇ ਤੁਹਾਡਾ ਬਿਜ਼ਨਸ ਡਿਵੈਲਪ ਹੋਣ ਦੇ ਵਿੱਚ ਗੁਰੂ ਜੀ ਦੀ ਬਲੈਸਿੰਗ ਮਿਲਦੀ ਹੈ, ਉਸ ਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਤੇ ਨਾਲ ਉਸ ਨੂੰ ਕੰਚੀ ਟੀਵੀ ਨੂੰ ਚਲਾਉਣ ਦੇ ਲਈ ਫਾਈਨੈਂਸ਼ੀਅਲ ਸਪੋਰਟ ਵੀ ਮਿਲਦੀ ਹੈ। ਨਵੇਂ ਸਾਲ ਦੇ ਵਿੱਚ ਮੈਂ ਆਪ ਸਾਰੇ ਜਿੰਨੇ ਵੀ ਵਿਊਅਰ ਹਨ, ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਐਡਵਰਟਾਈਜ਼ ਬਣਾਉਣਾ ਚਾਹੁੰਦੇ ਹੋ ਤੇ ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਵਪਾਰ ਨੂੰ ਲੈ ਜਾਣਾ ਚਾਹੁੰਦੇ ਹੋ ਕਿਸੇ ਮੰਜ਼ਿਲ ਵੱਲ, ਤੇ ਤੁਸੀਂ ਜ਼ਰੂਰ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਕਿ ਅਸੀਂ ਬਹੁਤ ਹੀ ਵਾਜਿਬ ਰੇਟਾਂ 'ਤੇ ਤੁਹਾਡੀ ਐਡਵਰਟਾਈਜ਼ ਬਣਾਵਾਂਗੇ ਤੇ ਫਿਰ ਉਸ ਨੂੰ ਦੁਨੀਆ ਭਰ ਦੇ ਵਿੱਚ ਉਹ ਤੁਹਾਡੀ ਜਦ ਐਡਵਰਟਾਈਜ਼ ਹੋਵੇਗੀ ਤੇ ਤੁਹਾਡੇ ਬਿਜ਼ਨਸ ਵਪਾਰ ਦੇ ਵਿੱਚ ਆਪਣੇ ਆਪ ਹੀ ਉਹ ਫਾਇਦਾ ਹੁੰਦਾ ਹੈ, ਓਪਰਚੁਨਿਟੀ ਮਿਲਦੀ ਹੈ ਤੇ ਦੂਸਰੇ ਨਾਲ ਸਮਾਜ ਦੀ ਕੁਛ ਨਾ ਕੁਛ ਸੇਵਾ ਦੇ ਵਿੱਚ ਵੀ ਹਿੱਸਾ ਪੈ ਜਾਂਦਾ ਹੈ। ਮੈਂ ਗੱਲ ਕਰ ਰਿਹਾ ਸੀ ਕਿ ਸਾਡੇ ਬਜ਼ੁਰਗ, ਸਾਡੇ ਪੇਰੈਂਟਸ 1955, 56, 57 ਦੇ ਵਿੱਚ ਆਏ, ਜਿਨ੍ਹਾਂ ਨੇ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਟਾਊਨ ਦੇ ਵਿੱਚ ਆ ਕੇ ਉਹਨਾਂ ਨੇ ਗੁਰੂ ਘਰ ਬਣਾਏ। ਗੁਰੂ ਘਰ ਬਣਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਗੁਰੂ ਰਵਿਦਾਸ ਜੀ ਦਾ ਮੈਸੇਜ ਰੇਡੀਓ ਰਾਹੀਂ, ਟੀਵੀ ਰਾਹੀਂ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਫੈਲਾਉਣਾ ਸ਼ੁਰੂ ਕਰ ਦਿੱਤਾ। ਮੇਰੀ ਮੁਰਾਦ ਹੈ ਸਾਡੇ ਅੰਕਲ ਜੀ ਮਿਸਟਰ ਕੁਲਦੀਪ ਰਾਏ ਜੀ, ਜੋ ਪਿਛਲੇ ਦਿਨੀ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ। ਲਾਸਟ ਸੈਚਰਡੇ ਉਹ ਆਪਣੀ ਜ਼ਿੰਦਗੀ ਭੋਗਦੇ ਹੋਏ ਦੁਨੀਆ ਨੂੰ ਅਲਵਿਦਾ ਕਹਿ ਗਏ, ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਕੇ ਹਮੇਸ਼ਾ ਦੇ ਲਈ ਉਹ ਅਲੋਪ ਹੋ ਗਏ। ਉਹਨਾਂ ਨੇ ਤੇ ਹੋਰ ਬਹੁਤ ਸਾਰੇ ਬਜ਼ੁਰਗਾਂ ਨੇ ਬਹੁਤ ਸਾਰੀਆਂ ਘਾਲਣਾ ਘਾਲੀਆਂ, ਬਹੁਤ ਸਾਰੀ ਰਿਸਪੌਂਸਿਬਿਲਿਟੀ ਦੇ ਨਾਲ ਆਪਣੀ ਕਮਿਊਨਿਟੀ ਨੂੰ, ਆਪਣੇ ਸਮਾਜ ਨੂੰ ਇੱਕ ਸੇਧ ਦੇਣ ਦੇ ਲਈ ਉਹਨਾਂ ਨੇ ਆਪ ਮਿਹਨਤ ਕੀਤੀ ਤੇ ਆਪਣੀ ਪੋਕਟ ਦੇ ਵਿੱਚੋਂ ਪੈਸੇ ਖਰਚ ਕੇ ਉਹਨਾਂ ਨੇ ਬਹੁਤ ਸਾਰੇ ਇਹ ਪ੍ਰੋਗਰਾਮ ਉਲੀਕੇ ਤੇ ਉਹਨਾਂ ਨੇ ਸਮਾਜ ਦੀ ਸੇਧ ਨੂੰ ਦੇਣ ਦੇ ਲਈ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਦੁਨੀਆ ਭਰ ਦੇ ਵਿੱਚ ਲਿਜਾਣ ਦੇ ਲਈ ਬਹੁਤ ਸਾਰੇ ਕੰਮ ਕੀਤੇ ਹਨ। ਉਹਨਾਂ ਦੀ ਡਾਟਰ, ਉਹਨਾਂ ਦੇ 3 ਡਾਟਰਸ ਹਨ, ਮੀਨਾ, ਪੀਨਾ ਤੇ ਰੇਖਾ, ਤੇ ਉਹਨਾਂ ਦਾ ਇੱਕ ਬੇਟਾ ਸੰਦੀਪ ਰਾਏ। ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਡੈਡੀ ਨੂੰ, ਆਪਣੇ ਫਾਦਰ ਨੂੰ ਯਾਦ ਕੀਤਾ ਹੈ। ਉਹਨਾਂ ਦੀ ਮਦਰ ਚਰਨ ਕੌਰ ਜੀ ਤੇ ਪਹਿਲਾਂ ਹੀ 12 ਸਾਲ ਪਹਿਲਾਂ 12 years ago ਉਹ ਦੁਨੀਆ ਨੂੰ ਛੱਡ ਕੇ ਅਲਵਿਦਾ ਕਹਿ ਕੇ ਚਲੇ ਗਏ ਸਨ। ਲਾਸਟ ਸੈਚਰਡੇ ਆਫਟਰ 5:15, 5:30 ਉਹ ਵੀ ਆਪਣੀ ਜ਼ਿੰਦਗੀ ਭੋਗਦੇ ਹੋਏ ਆਪਣੇ, ਜਿਸ ਤਰ੍ਹਾਂ ਮੈਂ ਗੁਰੂ ਜੀ ਦੇ ਮਿਸ਼ਨ, ਗੁਰੂ ਜੀ ਦੇ ਸ਼ਬਦ ਦੀ ਗੱਲ ਕੀਤੀ, ਜਲ ਕੀ ਪੀਤ ਪਵਨ ਕਾ ਤੰਬਾ ਰਕਤ ਬੂੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ, ਤੇ ਉਹਨਾਂ ਦੀ ਸੋਲ ਵੀ ਆਪਣੀ ਬੋਡੀ ਨੂੰ ਅਲਵਿਦਾ ਕਹਿ ਕੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਚਲੀ ਗਈ ਹੈ। ਅਸੀਂ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਗੁਰੂ ਜੀ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਈਆਂ ਭੁੱਲਾਂ ਨੂੰ ਮਾਫ ਕਰਦੇ ਹੋਏ ਤੇ ਆਪਣੀ ਸਹਾਰਾ ਦੇਣ। ਉਹਨਾਂ ਦੀ ਡਾਟਰ, ਉਹਨਾਂ ਦੀਆਂ 3 ਹੀ ਬੇਟੀਆਂ ਤੇ ਬੇਟੇ ਨੇ ਉਹਨਾਂ ਦੀ ਜੋ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਅਸੀਂ ਅੱਖੀ ਦੇਖਿਆ ਹੈ। ਉਹਨਾਂ ਨੇ ਕਾਫੀ ਆਪਣੇ ਕੋਲੋਂ ਜਿਸ ਤਰ੍ਹਾਂ ਵੀ ਉਹ ਉਹਨਾਂ ਦੀ ਸਪੋਰਟ ਕਰ ਸਕਦੇ ਸੀ, ਉਹਨਾਂ ਨੇ ਸਪੋਰਟ ਕੀਤੀ ਆਖਰੀ ਦਮ ਤੱਕ। ਉਹਨਾਂ ਦੀ ਡਾਟਰ ਕਾਫੀ ਕਲੋਜ਼ ਫਰੈਂਡ ਹਨ। ਉਹਨਾਂ ਨੇ ਮੈਸੇਜ ਭੇਜਿਆ ਹੈ, ਆਪਣੇ ਕੋਲ ਵਰਡ ਹੀ ਲਿਖ ਕੇ ਭੇਜੀ ਹੈ। With deep sorrow to announce the sad passing of our beloved father Kuldeep Rai, ਉਹਨਾਂ ਨੇ ਮੈਸੇਜ ਭੇਜਿਆ ਹੈ from his children Meena, Peena, Sandeep, Rekha and all his family in ਬੈਡਫੋਰਡ ਦੇ ਵਿੱਚ ਜੋ ਉੱਥੇ ਸੈਟਲ ਸਨ। ਉਹਨਾਂ ਦੇ ਜਿਸ ਵੇਲੇ ਅਸੀਂ ਕਾਂਚੀ ਟੀਵੀ ਨੂੰ ਸ਼ੁਰੂ ਕੀਤਾ ਸੀ, ਕਾਂਚੀ ਟੀਵੀ ਨੂੰ ਚੱਲਦਿਆਂ ਵੀ 11-12 ਸਾਲ ਹੋ ਗਏ ਹਨ। 1 ਘੰਟੇ ਦਾ ਪ੍ਰੋਗਰਾਮ ਲਿਆ ਕਰਦੇ ਸਨ ਕਿਸੇ ਦੂਸਰੇ ਮੀਡੀਆ ਦੇ ਕੋਲੋਂ, ਕਿਸੇ ਦੂਸਰੇ ਟੀਵੀ ਦੇ ਕੋਲੋਂ। ਅਸੀਂ 1 ਘੰਟਾ ਹਾਇਰ ਕਰਿਆ ਕਰਦੇ ਸੀ। ਸਵੇਰ ਨੂੰ 1 ਘੰਟੇ ਦਾ ਪ੍ਰੋਗਰਾਮ 7 ਤੋਂ 8 ਤੇ ਸ਼ਾਮ ਨੂੰ 7 ਤੋਂ 8 ਦਾ ਪ੍ਰੋਗਰਾਮ ਕਰਿਆ ਕਰਦੇ ਸੀ। ਉਸ ਦੇ ਵਿੱਚ ਇੱਕ ਵਾਰੀ ਮੇਰੇ ਨਾਲ ਉਹਨਾਂ ਨੇ ਪ੍ਰੋਗਰਾਮ ਕੀਤਾ ਸੀ। ਉਸ ਪ੍ਰੋਗਰਾਮ ਦੇ ਵਿੱਚੋਂ ਇੱਕ ਕਲਿੱਪ ਹੈ ਜੋ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ, ਕਿਉਂਕਿ ਉਹਨਾਂ ਦੇ ਉਸ ਕਲਿੱਪ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਕੀ ਆਪਣੇ ਮਿਸ਼ਨ ਦੇ ਲਈ, ਗੁਰੂ ਰਵਿਦਾਸ ਜੀ ਦੇ ਮਿਸ਼ਨ ਲਈ ਕੀਤਾ। ਆਪਾਂ ਉਹ ਕਲਿੱਪ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਉਹਨਾਂ ਦੀ ਆਪਣੀ ਜ਼ਬਾਨੀ ਉਹ ਕੀ ਕਹਿੰਦੇ ਹਨ। ਕਿਹੜੇ ਸਾਲ ਵਿੱਚ ਇੱਥੇ ਆਏ, ਤੁਸੀਂ ਕੀ ਕੀਤਾ ਗੁਰੂ ਰਵਿਦਾਸ ਜੀ ਬਾਰੇ ਕੁਝ ਥੋੜੀ ਜਿਹੀ ਇੰਟਰੋਡਕਸ਼ਨ ਦਿਓ, ਪਰ ਰੱਖਿਓ ਸ਼ਾਰਟਕਟ ਕਿਉਂਕਿ ਆਪਾਂ ਤੁਹਾਡੀਆਂ ਹੋਰ ਵੀ ਬਹੁਤ ਸਾਰੀਆਂ ਕੁਰਬਾਨੀਆਂ ਦੇਖਣੀਆਂ ਆ। ਮੈਂ 1959 ਦੇ ਵਿੱਚ ਇੰਗਲੈਂਡ 'ਚ ਆਇਆ ਸੀ ਜੀ। ਪਹਿਲਾ ਸਾਡਾ ਸੈਲੀਬ੍ਰੇਸ਼ਨ ਜੋ ਕਿ ਬੈਡਫੋਰਡ ਵਿੱਚ ਹੋਇਆ ਸੀ, ਉਹ ਸਾਰੀ ਸਾਧ ਸੰਗਤ ਨੇ 1961 ਵਿੱਚ 1961 'ਚ ਪਹਿਲਾ ਬਰਥ ਸੈਲੀਬ੍ਰੇਸ਼ਨ
ਕੀਤਾ ਸੀਗਾ। ਉਸ ਤੋਂ ਬਾਅਦ ਕਈ ਪ੍ਰੋਗਰਾਮ ਸਾਰੀਆਂ ਸਭਾਵਾਂ ਦੇ ਨਾਲ ਮਿਲ ਗਿਆ ਕਿ ਹਰੇਕ ਟਾਊਨ ਦੇ ਵਿੱਚ ਇਤਨਾ ਅੱਛਾ ਪ੍ਰੋਗਰਾਮ ਅਸੀਂ ਦਿੱਤੇ ਆ ਜੀ। ਉਹਨਾਂ ਦੇ ਕਈਆਂ ਦੇ ਵੀਡੀਓ ਵੀ ਬਣੇ ਹੋਏ ਹਨ ਜੋ ਕਿ ਤੁਹਾਨੂੰ ਟਰਨ ਬਾਈ ਟਰਨ ਅਸੀਂ ਦਿਖਾਈ ਚੱਲਾਂਗੇ। ਅੱਜ ਵੀ, ਕੱਲ੍ਹ ਨੂੰ ਵੀ, ਪਰਸੋਂ ਨੂੰ ਵੀ, ਇਹ ਜਿੰਨੇ ਵੀ ਪ੍ਰੋਗਰਾਮ ਅਸੀਂ ਇੰਗਲੈਂਡ ਦੇ ਵਿੱਚ ਕੀਤੇ ਹਨ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਸਭ ਕੁਛ ਹੀ ਤੁਹਾਡੇ ਸਾਹਮਣੇ ਹਾਜ਼ਰ ਹੋਣਗੇ। ਅਸੀਂ ਇੱਕ ਲੀਫਲੇਟ ਕੱਢਿਆ ਸੀਗਾ ਮੇਰੇ ਖਿਆਲ 1974 'ਚ। ਉਹਦੇ ਵਿੱਚ ਅਸੀਂ ਇਹ ਕਿਹਾ ਸੀਗਾ ਰਵਿਦਾਸੀਆ ਗ੍ਰੀਟ ਈਚ ਅਦਰ, ਜੈ ਗੁਰਦੇਵ, ਜੈ ਗੁਰਦੇਵ, ਗ੍ਰੇਟ ਸਿੰਬਲ ਆਫ ਰਵਿਦਾਸੀਆ। ਪਹਿਲਾਂ ਸੋਹੰਗ, ਫਿਰ ਬਾਅਦ ਚ ਹਰ ਚੱਲਿਆ ਜੀ। ਅਵਰ ਆਰਤੀ, ਨਾਮ ਤੇਰੋ ਆਰਤੀ, ਜਿਹੜੀ ਕਿ ਵੈਰੀ ਵੈਰੀ ਪਾਪੂਲਰ। ਉਸ ਤੋਂ ਬਾਅਦ ਅਵਰ ਜੈਕਾਰਾ, ਜੋ ਬੋਲੇ ਸੋ ਨਿਰਭੈ, ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ। Our great nation is in Punjab. Our great nation is in Punjab. Our great personality is Chamar. Our great religion is Ravdasiya. Our Guru's temple in Kanchi ji. Great wishes. Jai Gurudev. Thank you very much. ਆਵਰ ਗ੍ਰੇਟ ਰਿਲੀਜਨ ਇਜ਼ ਰਵਿਦਾਸੀਆ। ਉਹਨਾਂ ਨੇ ਕਿਹਾ ਕਿ 1974 ਦੇ ਵਿੱਚ ਵੀ ਉਹਨਾਂ ਨੇ ਉਸ ਤੋਂ ਪਹਿਲਾਂ ਤੋਂ ਜਿਸ ਵੇਲੇ ਵੀ ਸਤਿਗੁਰੂ ਰਵਿਦਾਸ ਜੀ ਦੁਨੀਆ ਵਿੱਚ ਆਏ ਹਨ, ਰਵਿਦਾਸੀਆ ਉਹਨਾਂ ਦਾ ਜੋ ਮਿਸ਼ਨ ਹੈ ਉਹ ਉਸ ਵੇਲੇ ਚੱਲ ਰਿਹਾ ਹੈ। ਪਰ ਉਹਨਾਂ ਨੇ ਡਿਕਲੇਅਰ ਕੀਤਾ ਕਿ 1974 ਦੇ ਵਿੱਚ ਹੀ ਉਹਨਾਂ ਨੇ ਇਸ ਚੀਜ਼ ਨੂੰ ਪਾਸ ਕਰਵਾ ਲਿਆ ਸੀ ਕਿ ਸਾਡੇ ਕੋਲ ਆਪਣਾ ਜੋ ਗੁਰੂ ਰਵਿਦਾਸ ਜੀ ਦੇ ਫੋਲੋਅਰ ਹਨ ਉਹ ਆਪਣੇ ਆਪ ਨੂੰ ਰਵਿਦਾਸੀਆ ਕਹਾਉਣਗੇ, ਅਤੇ ਜੋ ਸਾਡਾ ਮੱਕਾ ਹੈ, ਸਾਡੇ ਕਾਸ਼ੀ ਬਨਾਰਸ ਹੈ, ਉਹ ਸਾਡਾ ਹੈੱਡ ਹੈ, ਅਤੇ ਨਾਲ ਹੀ ਅਸੀਂ ਗੁਰੂ ਜੀ ਦੀ ਆਰਤੀ, ਗੁਰੂ ਜੀ ਦੇ ਮਿਸ਼ਨ ਦੇ ਨਾਲ ਜੁੜੇ ਰਹੇ ਹਾਂ। ਤਕਰੀਬਨ 37 ਈਅਰ ਪਹਿਲਾਂ ਉਹਨਾਂ ਦੇ ਵੀ ਪਹਿਲਾਂ ਦੀਆਂ ਜੋ ਰਿਕਾਰਡਿੰਗ ਹਨ, ਬਹੁਤ ਸਾਰਾ ਉਹਨਾਂ ਦੇ ਕੋਲ ਢੇਰ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਇਕੱਲਿਆਂ ਹੀ ਨਹੀਂ, ਹੋਰ ਵੀ ਬਹੁਤ ਸਾਰੇ ਬਜ਼ੁਰਗਾਂ ਨੇ, ਚਾਹੇ ਉਹ ਇੰਗਲੈਂਡ ਦੇ ਕਿਸੇ ਵੀ ਸ਼ਹਿਰ ਵਿੱਚ ਰਹਿੰਦੇ ਹੋਣ, ਜਿਨ੍ਹਾਂ ਦਾ ਮੇਰੇ ਨਾਲ ਅਕਸਰ ਕਦੇ ਨਾ ਕਦੇ ਗੱਲਬਾਤ ਹੁੰਦੀ ਰਹੀ ਸੀ। ਤਕਰੀਬਨ 90% ਤੋਂ ਜ਼ਿਆਦਾ ਵਿਚਾਰੇ ਤੇ ਉਹ ਅਲਵਿਦਾ ਕਹਿ ਕੇ ਚਲੇ ਹੀ ਗਏ ਹਨ, ਉਹ ਦੁਨੀਆ ਵਿੱਚੋਂ ਅਲੋਪ ਹੋ ਗਏ ਹਨ। ਇੱਕ ਤਾਰਿਆਂ ਦੀ ਤਰ੍ਹਾਂ, ਜਿਸ ਤਰ੍ਹਾਂ ਤਾਰੇ ਚਮਕਦੇ ਹਨ ਅਤੇ ਉਹ ਹਮੇਸ਼ਾ ਦੇ ਲਈ ਖਤਮ ਹੋ ਜਾਂਦੇ ਹਨ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ, ਨਾ ਧੁੱਪ ਰਹਿਣੀ, ਨਾ ਛਾਂ ਬੰਦਿਆ, ਨਾ ਪਿਓ ਰਹਿਣਾ, ਨਾ ਮਾਂ ਬੰਦਿਆ, ਹਰ ਸ਼ੈ ਨੇ ਆਖਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾਂ ਬੰਦਿਆ। ਮਿਸਟਰ ਕੁਲਦੀਪ ਰਾਏ ਸਾਡੇ ਅੰਕਲ ਜੀ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਮੂੰਹੋਂ ਹੀ ਦੱਸਿਆ ਕਿ ਹੀ ਕੇਮ ਟੂ ਦਿਸ ਕੰਟਰੀ ਇਨ 1959, ਅਤੇ ਪਹਿਲਾਂ ਉਹਨਾਂ ਨੇ ਜੋ ਗੁਰਪੁਰਬ ਸੈਲੀਬ੍ਰੇਟ ਕੀਤਾ ਸੀ 1961 ਦੇ ਵਿੱਚ ਉਹਨਾਂ ਨੇ ਕੀਤਾ ਸੀ। ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਬਜ਼ੁਰਗਾਂ ਨੇ ਲੰਡਨ ਤੋਂ, ਬਰਮਿੰਘਮ ਤੋਂ, ਵੁਲਵਰਹੈਂਪਟਨ ਤੋਂ ਅਤੇ ਹੋਰ ਬਹੁਤ ਸਾਰੇ ਟਾਊਨਾਂ ਤੋਂ ਜਾ ਕੇ ਉਹਨਾਂ ਦਾ ਸਾਥ ਦਿੱਤਾ, ਅਤੇ ਉਹਨਾਂ ਦੇ ਹਰ ਇੱਕ ਟਾਊਨ ਦੇ ਵਿੱਚ, ਜਿਸ ਤਰ੍ਹਾਂ ਮੈਂ ਹਮੇਸ਼ਾ ਗੱਲ ਕਰ ਰਿਹਾ, ਹਰ ਇੱਕ ਟਾਊਨ ਦੇ ਵਿੱਚ ਗੁਰੂ ਘਰ ਬਣਾਏ ਹਨ। ਇਹ ਜੋ ਮੈਂ ਰਿਕਾਰਡਿੰਗ ਦਿਖਾਈ ਸੀ, ਇਹ ਸੀਗੀ ਅੱਜ ਤੋਂ 8 ਸਾਲ ਪਹਿਲਾਂ, ਜਿਸ ਵੇਲੇ ਕਾਂਚੀ TV ਦੇ 1 ਘੰਟੇ ਲਈ ਅਸੀਂ ਪ੍ਰੋਗਰਾਮ ਹਾਇਰ ਕਰਿਆ ਕਰਦੇ ਸੀ। ਹੁਣ ਤੇ ਲੱਕੀ ਹਾਂ ਕਿ ਸਾਡੇ ਕੋਲ 24 ਆਵਰ ਤੁਹਾਡੇ ਕੋਲ ਆਪਣੀ ਵੌਇਸ ਹੈ, ਆਪਣਾ ਮੀਡੀਆ ਹੈ, ਆਪਣੀ ਆਵਾਜ਼ ਹੈ। ਇਸ ਦੇ ਨਾਲ ਜੁੜੇ ਰਹਿਣ ਦੀ ਰਿਕੁਐਸਟ ਮੈਂ ਅਕਸਰ ਹਮੇਸ਼ਾ ਹੀ ਕਰਿਆ ਕਰਦਾ ਰਹਿੰਦਾ ਹੈ ਕਿ ਇਹ ਮੀਡੀਆ ਤੁਹਾਡਾ ਆਪਣਾ ਹੈ, ਤੁਹਾਡੀ ਆਪਣੀ ਆਵਾਜ਼ ਹੈ, ਤੁਹਾਡੇ ਮਿਸ਼ਨ ਨੂੰ, ਗੁਰੂ ਰਵਿਦਾਸ ਦੇ ਮਿਸ਼ਨ ਨੂੰ, ਤੁਹਾਡੀ ਨੌਲੇਜ ਨੂੰ ਇਹ ਦੁਨੀਆ ਭਰ ਦੇ ਵਿੱਚ ਲੈ ਕੇ ਜਾ ਰਿਹਾ ਹੈ। ਇਸ ਦੇ ਨਾਲ ਖੜ੍ਹੇ ਹੋਵੋ, ਇਸ ਦੀ ਸਪੋਰਟ ਕਰੋ। ਜਿਸ ਤਰ੍ਹਾਂ ਇਹ ਬਜ਼ੁਰਗਾਂ ਨੇ ਸਾਨੂੰ ਇੱਥੋਂ ਚੱਲ ਕੇ ਇੱਥੇ ਤੱਕ ਲਿਆਂਦਾ ਹੈ, ਅਸੀਂ ਇਸ ਨੂੰ ਅੱਗੇ ਲੈ ਕੇ ਜਾਣਾ ਹੈ। ਅਸੀਂ ਇਸ ਨੂੰ ਅੱਗੇ ਤਾਂ ਹੀ ਲੈ ਕੇ ਜਾ ਸਕਦੇ ਹਾਂ ਅਗਰ ਸਾਡੇ ਵਿੱਚ ਇੱਕ ਯੂਨਿਟੀ ਹੋਗੀ, ਇੱਕ ਪ੍ਰੇਮ ਪਿਆਰ ਹੋਊਗਾ। ਅਸੀਂ ਉਸ ਇਕੱਠੇ ਹੋ ਕੇ ਹੀ ਇਸ ਮਿਸ਼ਨ ਨੂੰ ਅੱਗੇ ਲਿਜਾ ਸਕਦੇ ਹਾਂ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹਨਾਂ ਨੇ ਮੇਰਾ ਖਿਆਲ 1985 ਦੇ ਵਿੱਚ ਕੈਸਟ ਹੁੰਦੀ ਸੀ, ਜਿਸ ਤਰ੍ਹਾਂ ਟੇਪ ਰਿਕਾਰਡ ਹੁੰਦੀ ਸੀ, ਉਸ ਦੇ ਵਿੱਚ 24 ਟਰੈਕਸ ਦਾ ਇੱਕ ਟੇਪ ਕੱਢੀ ਸੀ ਜਿਸ ਦਾ ਨਾਮ ਸੀ ਗਰੀਬਾਂ ਦਾ ਸਹਾਰਾ। ਸਤਿਗੁਰੂ ਰਵਿਦਾਸ ਦੀ ਬਾਣੀ ਹੈ ਮੁਕਤੀ ਦਾ ਧਾਮ, ਜਪ ਲੈ ਬੰਦਿਆ ਬਾਣੀ ਉਸਦੀ ਸੁਬਾਹ ਸਵੇਰੇ ਸ਼ਾਮ। ਉਹਨਾਂ ਨੇ ਇਹ ਗਰੀਬਾਂ ਦਾ ਸਹਾਰਾ ਇਹ ਇੱਕ ਕੈਸਟ ਕੱਢੀ ਸੀ, ਉਸ ਦਾ ਲੈਟਰ ਵੀ ਸਾਡੇ ਕੋਲ ਹੈ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਉਹਨਾਂ ਨੇ ਜੋ ਸਿੰਗਰ ਸਨ, ਉਹਨਾਂ ਨੂੰ ਗ੍ਰੇਟ ਪਰਸਨੈਲਿਟੀ ਸਨ, ਉਹਨਾਂ ਨੂੰ ਵੀ ਇੰਗਲੈਂਡ ਦੇ ਵਿੱਚ ਸੱਦਿਆ ਅਤੇ ਉਹਨਾਂ ਦੇ ਪ੍ਰੋਗਰਾਮ ਕਰਵਾਏ।
ਇਮੈਜਿਨ ਕਰੋ ਕਿ ਬਹੁਤ ਸਾਰੇ ਟੌਪ ਦੇ ਸਿੰਗਰ ਹੋਣ, ਜਿਸ ਤਰ੍ਹਾਂ ਅੱਜ ਕੱਲ੍ਹ ਹੰਸਰਾਜ ਹਾਂਸੀ ਹਨ ਜਾਂ ਨੁਸਰਤ ਫਤਿਹ ਅਲੀ ਖਾਨ ਜੀ। ਉਹਨਾਂ ਨੇ 1986 ਦੇ ਵਿੱਚ ਉਹਨਾਂ ਕੋਲੋਂ ਕਵਾਲੀਆਂ ਗਵਾਈਆਂ ਸਨ। ਸਤਿਗੁਰੂ ਰਵਿਦਾਸ ਜੀ ਦੇ ਜੋ ਲਾਈਵ ਪ੍ਰੋਗਰਾਮ ਸਨ, ਉਹਨਾਂ ਦੀ ਰਿਕਾਰਡਿੰਗ ਕੀਤੀ ਸੀ। ਇਸ ਦੇ ਨਾਲ ਹੀ ਬਹੁਤ ਸਾਰੇ ਐਕਟਰ, ਜਿਨ੍ਹਾਂ ਦੇ ਵਿੱਚੋਂ ਦੀਪਤੀ ਨਾਵਲ, ਅਤੇ ਉਹਨਾਂ ਦੇ ਨਾਲ ਹੀ ਉਹਨਾਂ ਨੇ ਆਸ਼ਾ ਭੋਸਲੇ, ਸਲਮਾ ਆਗਾ, ਅਤੇ ਸਾਡੇ ਜੋ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਹਨ, ਵਾਈਸ ਪ੍ਰਾਈਮ ਮਿਨਿਸਟਰ ਜੋ ਸਨ ਬਾਬੂ ਜਗਜੀਵਨ ਰਾਮ ਜੀ, ਉਹਨਾਂ ਦੇ ਨਾਲ ਵੀ, ਅਤੇ ਹੋਰ ਬਹੁਤ ਸਾਰੇ ਮੈਨੀ ਅਦਰ ਐਕਟਰਸ ਅਤੇ ਐਕਟਰ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਗੁਰੂ ਰਵਿਦਾਸ ਜੀ ਦੇ ਮਿਸ਼ਨ ਦੇ ਬਾਰੇ ਵਿੱਚ ਗੱਲ ਕੀਤੀ, ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ। ਅਤੇ ਇਹ ਕੁਛ ਇੱਕ ਲੋਕ ਹੀ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਇਸ ਪਾਸੇ ਵੱਲ ਲਾ ਜਾਂਦੇ ਹਨ। ਅੱਜ ਕੱਲ੍ਹ ਤਾਂ ਦੇਖੀਏ ਜ਼ਿਆਦਾਤਰ ਲੋਕਾਂ ਨੂੰ ਗੁਰੂ ਘਰ ਦਾ ਰਸਤਾ ਹੀ ਉਦੋਂ ਮਿਲਦਾ ਹੈ ਜਦ ਉਹ ਰਿਟਾਇਰ ਹੋ ਜਾਂਦੇ ਹਨ। ਪਹਿਲਾਂ ਪਤਾ ਨਹੀਂ ਉਹ ਜ਼ਿੰਦਗੀ ਦੇ ਵਿੱਚ ਕਿੱਥੇ ਭੁੱਲੇ ਰਹਿੰਦੇ ਹਨ। ਪਰ ਇਹਨਾਂ ਬਜ਼ੁਰਗਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। ਹਰ ਇੱਕ ਟਾਊਨ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੇ ਗੁਰੂ ਰਵਿਦਾਸ ਜੀ ਦੇ ਗੁਣ ਗਾਏ। ਇੱਕ ਤੁਹਾਨੂੰ ਮੈਂ ਹੋਰ ਦਿਖਾ ਰਿਹਾ ਹਾਂ ਕਿ ਦਿਸ ਇਜ਼ ਫਰੋਮ ਦਸੰਬਰ 1987 ਦੇ ਵਿੱਚ ਉਹਨਾਂ ਨੇ ਉਸ ਟਾਈਮ ਦੇ ਵਿੱਚ ਵੀਡੀਓ ਜਾਂ ਕੈਸੇਟ ਪਲੇਅਰ ਜੋ ਹੁੰਦਾ ਸੀ, VCR, ਉਹ ਵੀ ਇੱਕ ਨਵੀਂ ਜਿਹੀ ਚੀਜ਼ ਹੁੰਦੀ ਸੀ। ਅਤੇ ਜਲੰਧਰ ਜੋ ਦੂਰਦਰਸ਼ਨ TV ਸਟੇਸ਼ਨ ਬਣਿਆ ਸੀ, ਉਹਨਾਂ ਦਿਨਾਂ ਦੇ ਵਿੱਚ ਹੀ ਬਣਿਆ ਸੀ। ਉਹ ਹਾਲੇ ਬਣ ਕੇ ਤਿਆਰ ਹੀ ਹੋਇਆ ਸੀ। ਉਹਨਾਂ ਨੇ ਆਪਣੇ ਵੱਲੋਂ ਇੱਕ ਸਾਰੇ ਸਿੰਗਰਾਂ ਨੂੰ, ਜਿੰਨੇ ਵੀ ਇੰਗਲੈਂਡ ਦੇ ਸਿੰਗਰ ਹਨ, ਉਹਨਾਂ ਨੂੰ ਸੱਦ ਕੇ ਵੁਲਵਰਹੈਂਪਟਨ 181 ਡਡਲੀ ਰੋਡ ਸ਼੍ਰੀ ਗੁਰੂ ਰਵਿਦਾਸ ਟੈਂਪਲ ਦੇ ਵਿੱਚ ਕਈ ਦਿਨ ਲਾ ਕੇ ਉੱਥੇ ਰਿਕਾਰਡਿੰਗ ਕੀਤੀ ਸੀਗੀ। ਦਸੰਬਰ 1987 ਦੇ ਵਿੱਚ ਵੀਡੀਓ ਰਿਕਾਰਡਿੰਗ ਕੀਤੀ ਸੀ ਔਨ ਦ ਲਾਈਫ ਐਂਡ ਮਿਸ਼ਨ ਆਫ ਸ਼੍ਰੀ ਗੁਰੂ ਰਵਿਦਾਸ ਜੀ, ਜਿਸ ਨੂੰ 2 ਫੈਬਰਵਰੀ 1988 ਨੂੰ ਜਲੰਧਰ ਤੋਂ ਬ੍ਰੌਡਕਾਸਟ ਕੀਤਾ ਗਿਆ ਸੀ ਦੂਰਦਰਸ਼ਨ ਤੋਂ। ਐਕਚੁਅਲੀ ਜੋ ਬਰਥਡੇ ਸੀ ਗੁਰੂ ਰਵਿਦਾਸ ਜੀ ਦਾ, ਅਤੇ ਉਸ ਵੇਲੇ ਉਹਨਾਂ ਨੂੰ ਉਹ ਬ੍ਰੌਡਕਾਸਟ ਕੀਤਾ ਕਿ ਇਹਨਾਂ ਗੀਤਾਂ ਨੂੰ, ਇਹਨਾਂ ਸੰਗੀਤਾਂ ਨੂੰ ਕਈ ਏਸ਼ੀਅਨ ਰੇਡੀਓ ਸਟੇਸ਼ਨ ਦੇ ਉੱਤੇ ਉਹਨਾਂ ਨੇ ਗਾਇਆ, ਉਹਨਾਂ ਨੂੰ ਦਿਖਾਇਆ ਗਿਆ। ਅਤੇ ਉਹਨਾਂ ਦੇ ਬਹੁਤ ਸਾਰੀਆਂ ਦੇਣਾ ਹਨ। ਉਹਨਾਂ ਦੇ ਨਾਲ ਇਕੱਲਿਆਂ ਹੀ ਨਹੀਂ, ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਉਹਨਾਂ ਦੇ ਸਾਥੀ ਸਨ, ਜਿਨ੍ਹਾਂ ਨੇ ਜਿਸ ਤਰ੍ਹਾਂ ਹੁਣੇ ਪਹਿਲਾਂ ਤੋਂ ਦਿਖਾਇਆ ਕਿ ਉਹਨਾਂ ਦੇ ਪੋਸਟਰ, ਕਿਉਂਕਿ ਉਹ ਆਪ ਖੁਦ ਪ੍ਰਿੰਟਿੰਗ ਦਾ ਕੰਮ ਕਰਦੇ ਸਨ। ਪੰਜਾਬੀ ਪੋਸਟ ਜੋ ਸੋਹੋ ਰੋਡ 'ਤੇ ਉਹਨਾਂ ਦੀ ਦੁਕਾਨ ਸੀ ਪ੍ਰਿੰਟਿੰਗ ਦਾ। ਇਸ ਦੇ ਨਾਲ ਉਹਨਾਂ ਨੇ ਮਿਸ਼ਨ ਦੇ ਨਾਲ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹਨਾਂ ਨੇ ਗੁਰੂ ਜੀ ਦੇ ਮਿਸ਼ਨ ਨੂੰ ਅੱਗੇ ਲੈ ਜਾਣ ਦੇ ਵਿੱਚ ਬਹੁਤ ਸਾਰੇ ਹਿੱਸੇ ਪਾਏ ਹਨ। ਲੰਡਨ ਦੇ ਵਿੱਚ ਵੀ ਬਹੁਤ ਸਾਰੇ ਨਾਮ ਹਨ, ਅਕਸਰ ਮੈਂ ਉਹ ਨਾਮ ਲਿਆ ਕਰਦਾ ਹਾਂ, ਅਤੇ ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਜਾ ਕੇ ਹਿੱਸਾ ਲਿਆ ਸੀ। ਅਸੀਂ ਵੀ ਇੱਥੋਂ ਗਏ ਸੀ। ਮੇਰਾ ਖਿਆਲ ਇੰਡੀਆ ਤੋਂ ਆਏ ਨੂੰ 2 ਸਾਲ ਹੋਏ ਸੀ, ਅਤੇ ਉਸ ਵੇਲੇ ਅਸੀਂ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀ, ਜੋ 2 ਫੈਬਰਵਰੀ 1988 ਨੂੰ ਦੂਰਦਰਸ਼ਨ ਟੈਲੀਵਿਜ਼ਨ ਦਿਖਾਇਆ ਗਿਆ। ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਅੱਜ ਸਾਡੇ ਕੋਲ ਮੀਡੀਆ ਹੈ, ਅੱਜ ਸਾਡੇ ਕੋਲ ਆਪਣਾ TV ਹੈ, ਟੈਲੀਵਿਜ਼ਨ ਸਟੇਸ਼ਨ ਹੈ। ਇਸ TV ਨੂੰ ਚਲਾਉਣ ਦੇ ਲਈ ਹੌਲੀ ਹੌਲੀ ਅਸੀਂ ਕਿੱਥੋਂ ਚੱਲ ਕੇ ਕਾਗਜ਼, ਪੈਨ, ਪੇਪਰ ਤੋਂ ਲੈ ਕੇ ਰੇਡੀਓ, ਟੈਲੀਵਿਜ਼ਨ ਤੱਕ ਕਿਸੇ ਕੋਲੋਂ ਟਾਈਮ ਹਾਰ ਕਰਦੇ ਅੱਜ ਅਸੀਂ ਇਸ ਮੰਜ਼ਿਲ 'ਤੇ ਪਹੁੰਚੇ ਹਾਂ ਕਿ ਕੰਚ TV ਤੁਹਾਡੇ ਕੋਲ ਅੱਜ ਆਪਣਾ TV ਹੈ। ਜਿੱਥੋਂ ਚੱਲ ਕੇ ਅਸੀਂ ਕਿਸ ਮੰਜ਼ਿਲ ਤੱਕ ਪਹੁੰਚੇ ਹਾਂ, ਇਸ ਨੂੰ ਅੱਗੇ ਲੈ ਜਾਣ ਦੇ ਲਈ ਤੁਹਾਡਾ ਸਾਰਿਆਂ ਦਾ ਸਾਥ ਬਹੁਤ ਜ਼ਰੂਰੀ ਹੈ। ਆਪਣਾ ਸਾਥ ਦਿਓ। ਸਾਥ ਦੇ ਕੇ ਜੋ ਵੀ ਨਵੇਂ ਸਿੰਗਰ ਆਉਂਦੇ ਹਨ, ਨਵੇਂ ਪ੍ਰਚਾਰਕ ਆਉਂਦੇ ਹਨ, ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਉਹਨਾਂ ਦੇ ਨਾਲ ਨਵੇਂ ਗੀਤ 'ਤੇ ਲੈ ਕੇ ਉਹਨਾਂ ਨੂੰ ਅੱਗੇ ਆਈਏ, ਤਾਂ ਕਿ ਅਸੀਂ ਗੁਰੂ ਜੀ ਦਾ ਜੋ ਮਿਸ਼ਨ ਹੈ ਉਸ ਨੂੰ ਦੁਨੀਆ ਭਰ ਦੇ ਵਿੱਚ ਲੈ ਜਾ ਸਕੀਏ। ਉਹਨਾਂ ਨੇ ਜੋ ਇਹ ਪ੍ਰੋਗਰਾਮ ਰਿਕਾਰਡ ਕੀਤਾ ਸੀ, ਉਸ ਦੇ ਵਿੱਚ ਉਹਨਾਂ ਵਿੱਚ ਕਾਫੀ ਗਰੁੱਪ ਸਨ, ਜਿਸ ਤਰ੍ਹਾਂ ਅਸ਼ੋਕਾ ਗਰੁੱਪ, ਆਜ਼ਾਦ ਗਰੁੱਪ, ਆਪਣਾ ਸੰਗੀਤ, ਅੰਜਨਾ ਗਰੁੱਪ, ਰੈੱਡ ਰੋਜ਼, ਰੋਸ਼ਨੀ ਗਰੁੱਪ, ਪਰਦੇਸੀ ਗਰੁੱਪ, ਅਨਾੜੀ ਸੰਗੀਤ ਪਾਰਟੀ, ਕੋਮਲ ਗਰੁੱਪ, ਬਲਵੀਰ ਤੇ ਦਲਵੀਰ ਜੋ ਭਚੰਗੀ ਗਰੁੱਪ ਦੇ ਹਨ, ਇੰਟਰਨੈਸ਼ਨਲ ਗਰੁੱਪ, ਜੱਸਲ ਸਿਸਟਰ ਆਫ ਵੁਲਵਰਹੈਂਪਟਨ, ਮਸਤਾਨਾ ਹੀਰਾ, ਗੋਲਡਨ ਸਟਾਰ, ਸਾਜ ਗਰੁੱਪ, ਪ੍ਰੀਤ ਗਰੁੱਪ, ਇਸ ਦੇ ਨਾਲ ਨਿਰਮਲ ਦਾਸ ਮਹੇ ਅਤੇ ਹੋਰ ਵੀ ਬਹੁਤ ਸਾਰੇ ਜੋ ਵੁਲਵਰਹੈਂਪਟਨ ਤੋਂ ਪ੍ਰਚਾਰਕ ਸਨ, ਜਾਂ ਫਿਰ ਜਿਸ ਤਰ੍ਹਾਂ ਗੁਰਮੀਤ ਸਿੰਘ ਜੀ ਜੋ ਸੰਧੂ ਡਰਬੀ ਵਾਲੇ ਹਨ, ਉਹਨਾਂ ਤੋਂ ਇਲਾਵਾ ਬਹੁਤ ਸਾਰੇ ਸਿੰਗਰਾਂ ਨੇ, ਬਹੁਤ ਸਾਰੇ ਪ੍ਰਚਾਰਕਾਂ ਨੇ ਇਸ ਕੈਸੇਟ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀਗਾ। ਇਮੈਜਿਨ ਕਰੋ ਕਿ ਉਹਨਾਂ ਦਿਨਾਂ ਦੇ ਵਿੱਚ ਇਹੋ ਜਿਹੇ ਕੰਮ ਕਰਨੇ ਕਿੰਨੇ ਹਾਰਡ ਹੁੰਦੇ ਸਨ। ਅਸੀਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
ਆਪਣੇ ਵੱਲੋਂ, ਆਪਣੇ ਪਰਿਵਾਰ ਦੇ ਵੱਲੋਂ ਤੇ ਕਾਂਚੀ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ, ਉਹਨਾਂ ਦੇ ਬੇਟੇ ਤੇ ਬੇਟੀਆਂ ਦੇ ਨਾਲ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ ਕਿ ਗੁਰੂ ਜੀ ਦਾ ਜੋ ਮਿਸ਼ਨ ਹੈ, ਜੋ ਉਹਨਾਂ ਦੇ ਪੇਰੈਂਟਸ ਲੈ ਕੇ ਆਏ ਸਨ, ਚੱਲਦੇ ਸਨ, ਉਸ ਮਿਸ਼ਨ ਦੇ ਵਿੱਚ ਵੀ ਆਪਣੇ ਵੱਲੋਂ ਜੋ ਵੀ ਹਿੱਸਾ ਪਾ ਸਕਦੇ ਹਨ ਉਸ ਮਿਸ਼ਨ ਦੇ ਨਾਲ ਜੁੜਨ। ਉਹਨਾਂ ਦੀ 3 ਡਾਟਰਸ ਵਾਂਸ ਅਗੇਨ, ਮੀਨਾ, ਪੀਨਾ ਤੇ ਰੇਖਾ, ਤੇ ਨਾਲ ਹੀ ਉਹਨਾਂ ਦਾ ਬੇਟਾ ਜੋ ਸੰਦੀਪ ਹੈ, ਉਹਨਾਂ ਦੇ ਨਾਲ ਅਸੀਂ ਇਸ ਦੁੱਖ ਦੇ ਵਿੱਚ ਉਹਨਾਂ ਦੇ ਲਈ ਦੁਆ ਕਰਦੇ ਹਾਂ ਕਿ ਗੁਰੂ ਜੀ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ। ਗੱਲ ਹਮੇਸ਼ਾ ਹੀ ਕਰਦੇ ਰਹਿੰਦੇ ਹਾਂ ਕਿ ਗੁਰੂ ਰਵਿਦਾਸ ਜੀ ਦੀ ਫਿਲਾਸਫੀ ਨੂੰ ਲੈ ਕੇ ਅੱਜ ਦੇਖੀਏ ਲੰਡਨ ਦੇ ਵਿੱਚ, ਬਰਮਿੰਘਮ ਦੇ ਵਿੱਚ, ਵੁਲਵਰਹੈਂਪਟਨ ਦੇ ਵਿੱਚ, ਜਿਸ ਤਰ੍ਹਾਂ ਬਰਮਿੰਘਮ ਦਾ ਜੋ ਗੁਰੂ ਘਰ ਹੈ ਉਹ ਵੀ 1988 ਦੇ ਵਿੱਚ ਅਗਨ ਭੇਂਟ ਹੋ ਗਿਆ ਸੀ। ਉਸ ਦੀ ਬਿਲਡਿੰਗ ਨੂੰ ਵੀ ਰੀਕਨਸਟਰਕਟ ਕੀਤਾ ਗਿਆ। ਉਸ ਦੇ ਵਿੱਚ ਅੱਜ ਦੇਖੋ ਕਿੰਨਾ ਸੋਹਣਾ ਉਹ ਮੰਦਿਰ ਬਣਿਆ ਹੋਇਆ ਹੈ। ਤੇ ਹੋਰ ਵੀ ਸਾਰੇ ਟਾਊਨਾਂ ਦੇ ਵਿੱਚ ਮੰਦਿਰ ਬਣੇ ਹੋਏ ਹਨ। ਲੰਡਨ ਦੇ ਵਿੱਚ ਸਾਊਥ ਹਾਲ ਦੇ ਵਿੱਚ, ਈਸਟ ਹੈਮ ਦੇ ਵਿੱਚ ਮੰਦਿਰ ਹਨ। ਤੇ ਇਟਲੀ, ਸਪੇਨ ਜਾਂ ਫਰਾਂਸ ਦੇ ਵਿੱਚ ਵੀ ਬਹੁਤ ਸਾਰੇ ਗੁਰੂ ਰਵਿਦਾਸ ਜੀ ਦੇ ਨਾਮ ਲੈਣ ਵਾਲੀਆਂ ਸੰਗਤਾਂ ਹਨ। ਉਹਨਾਂ ਵਿੱਚ ਅਕਸਰ ਅਸੀਂ ਬੇਨਤੀ ਕਰਦੇ ਰਹਿੰਦੇ ਹਾਂ ਕਿ ਤੁਸੀਂ ਆਪਣੇ ਵੱਲੋਂ ਜੋ ਵੀ ਪ੍ਰੋਗਰਾਮ ਕਰਨੇ ਹਨ ਜਾਂ ਆਪਣੇ ਵੱਲੋਂ ਜੋ ਵੀ ਕੁਝ ਸਪੀਚਸ ਜਾਂ ਬ੍ਰੌਡਕਾਸਟਿੰਗ ਕਰਨੀ ਹੈ, ਤੁਸੀਂ ਇਸ ਟੀਵੀ ਨੂੰ ਅੱਗੇ ਲਿਜਾਣ ਦੇ ਲਈ ਆਪਣਾ ਬਣਦਾ ਹਿੱਸਾ ਜ਼ਰੂਰ ਪਾਵੋ, ਕਿਉਂਕਿ ਦਿਸ ਇਜ਼ ਕਾਂਚੀ ਟੀਵੀ ਇਜ਼ ਦ ਵੌਇਸ ਆਫ ਕਮਿਊਨਿਟੀ। ਇਹ ਤੁਹਾਡੀ ਆਪਣੀ ਆਵਾਜ਼ ਹੈ, ਇਹ ਕਿਸੇ ਇੱਕ ਦਾ ਟੀਵੀ ਸਟੇਸ਼ਨ ਨਹੀਂ ਹੈ। ਇਸ ਨੂੰ ਚਲਾਉਣ ਦੇ ਲਈ ਬਹੁਤ ਸਾਰੇ ਖਰਚੇ ਹਨ। ਇਸ ਦੇ ਵਿੱਚ ਹਿੱਸਾ ਪਾਉਣਾ ਤੁਹਾਡਾ ਆਪਣਾ ਫਰਜ਼ ਬਣਦਾ ਹੈ, ਬਿਨਾਂ ਹੀ ਕਿਸੇ ਤੋਂ ਮੰਗਿਆਂ, ਬਿਨਾਂ ਹੀ ਕਿਸੇ ਅੱਗੇ ਰਿਕੁਐਸਟ ਕੀਤਿਆਂ। ਤੁਹਾਡਾ ਆਪਣੀ ਹੀ ਡਿਊਟੀ ਬਣਦੀ ਹੈ, ਰਿਸਪੌਂਸਿਬਿਲਿਟੀ ਬਣਦੀ ਹੈ ਕਿ ਅਗਰ ਸਾਡੇ ਬਜ਼ੁਰਗਾਂ ਨੇ ਆ ਕੇ ਅੱਜ ਤੋਂ 50 ਸਾਲ ਪਹਿਲਾਂ ਇੰਨੀਆਂ ਮਿਹਨਤਾਂ ਕਰਕੇ ਉਹਨਾਂ ਨੇ ਸਾਨੂੰ ਇਸ ਮੰਜ਼ਿਲ ਤੱਕ ਪਹੁੰਚਾਇਆ ਹੈ, ਉਹਨਾਂ ਨੇ ਸਾਨੂੰ ਇਨਕਰੇਜ ਕੀਤਾ ਹੈ, ਸਾਡਾ ਹੌਸਲਾ ਵਧਾਇਆ ਹੈ, ਅਸੀਂ ਇਸ ਮਿਸ਼ਨ ਨੂੰ ਹੋਰ ਵੀ ਅੱਗੇ ਲੈ ਕੇ ਜਾਣਾ ਹੈ। ਅੱਗੇ ਅਸੀਂ ਲੈ ਕੇ ਤਾਂ ਹੀ ਜਾ ਸਕਦੇ ਹਾਂ ਕਿ ਅਗਰ ਅਸੀਂ ਆਪਣੇ ਟਾਈਮ ਦੇ ਵਿੱਚੋਂ ਥੋੜ੍ਹਾ ਟਾਈਮ ਕੱਢ ਕੇ ਇਸ ਬਾਰੇ ਵਿੱਚ ਗੱਲ ਕਰੀਏ, ਮਿਸ਼ਨ ਦੇ ਬਾਰੇ ਵਿੱਚ ਗੱਲ ਕਰੀਏ, ਗੁਰੂ ਜੀ ਦੀ ਫਿਲਾਸਫੀ ਦੇ ਬਾਰੇ ਵਿੱਚ ਗੱਲ ਕਰੀਏ, ਗੁਰੂ ਜੀ ਦੇ ਸ਼ਬਦਾਂ ਦੇ ਬਾਰੇ ਵਿੱਚ ਗੱਲ ਕਰੀਏ, ਕਿਉਂਕਿ ਗੁਰੂ ਜੀ ਦੇ ਜੋ ਸ਼ਬਦ ਹਨ ਉਹ ਇੱਕ ਇਹੋ ਜਿਹੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਹਰ ਇੱਕ ਚੀਜ਼ ਨੂੰ ਫਿੱਟ ਕੀਤਾ ਹੈ ਕਿ ਉਹ ਸਾਡੀ ਜ਼ਿੰਦਗੀ ਦੇ ਸਾਨੂੰ ਫੈਕਟਸ ਲੱਗਦੇ ਹਨ, ਸਾਨੂੰ ਜ਼ਿੰਦਗੀ ਦੀਆਂ ਰਿਐਲਿਟੀਜ਼ ਲੱਗਦੀਆਂ ਹਨ ਕਿ ਗੁਰੂ ਜੀ ਕਿਸ ਤਰ੍ਹਾਂ ਉਸ ਵੇਲੇ ਸੋਚ ਰੱਖਦੇ ਹੋਣਗੇ ਕਿ ਅੱਜ ਦਾ ਕੋਈ ਸਭ ਤੋਂ ਬੜਾ ਫਿਲਾਸਫਰ ਵੀ ਹੋਵੇ, ਸਾਇੰਟਿਸਟ ਵੀ ਹੋਵੇ, ਜਿਸ ਨੇ ਡਾਕਟਰੇਟ ਕੀਤੀ ਹੋਵੇ, ਭਾਵੇਂ PhD ਕੀਤੀ ਹੋਵੇ, ਉਹ ਵੀ ਗੁਰੂ ਜੀ ਦੇ ਸ਼ਬਦਾਂ ਨੂੰ ਚੈਲੰਜ ਨਹੀਂ ਕਰ ਸਕਦਾ। ਕਿਉਂਕਿ ਅੱਜ ਅਸੀਂ 21st ਸੈਂਚੁਰੀ ਦੇ ਵਿੱਚ ਕੰਪਿਊਟਰਾਈਜ਼ ਜ਼ਿੰਦਗੀ ਜੀ ਰਹੇ ਹਾਂ। ਲੋਕ ਪੇਪਰਾਂ ਨੂੰ, ਪੈਨ ਨੂੰ ਭੁੱਲਦੇ ਹੋਏ ਤੇ ਅੱਜ ਆਲਮੋਸਟ ਹਰ ਇੱਕ ਚੀਜ਼ ਦੇ ਨਾਲ ਇੰਨਾ ਮੀਡੀਆ ਇੰਨਾ ਵੱਧ ਗਿਆ ਹੈ ਕਿ ਅਸੀਂ ਸਾਨੂੰ ਕਿਸੇ ਦੇ ਨਾਲ ਗੱਲ ਕਰਨੀ ਹੁੰਦੀ ਹੈ ਜਾਂ ਕਿਸੇ ਨੂੰ ਮੈਸੇਜ ਪਹੁੰਚਾਉਣਾ ਹੈ, ਉਹ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਮੈਸੇਜ ਪਹੁੰਚ ਜਾਂਦੇ ਹਨ। ਪਰ ਉਹ ਟਾਈਮ ਸੀ ਜਦੋਂ ਉਹਨਾਂ ਨੇ ਹਾਰਡ ਮਿਹਨਤ ਕਰਕੇ, ਅਕਸਰ ਉਹਨਾਂ ਨੇ ਗੱਲਾਂ ਕਰਦਿਆਂ ਕੱਲ੍ਹ ਵੀ ਉਹਨਾਂ ਨਾਲ ਗੱਲ ਕਰ ਰਹੇ ਸੀ, ਸਾਰੇ ਇਹੀ ਕਹਿ ਰਹੇ ਸੀ ਕਿ ਜਦੋਂ ਉਹ ਪਹਿਲਾਂ ਇੰਡੀਆ ਤੋਂ ਆਏ, ਇੱਕ ਘਰ ਦੇ ਵਿੱਚ ਇੱਕ ਘਰ ਕਿਰਾਏ 'ਤੇ ਲੈ ਕੇ ਰਹਿੰਦੇ ਹੁੰਦੇ ਸੀ ਤੇ ਉਸ ਇੱਕ ਘਰ ਦੇ ਵਿੱਚ 15 18 ਆਦਮੀ ਰਹਿੰਦੇ ਹੁੰਦੇ ਸੀ। ਥੋੜ੍ਹਿਆਂ ਨੇ ਚਲੇ ਜਾਣਾ, ਨਾਈਟ ਸ਼ਿਫਟ ਕਰਨੀ, ਥੋੜ੍ਹਿਆਂ ਨੇ ਉਹਨਾਂ ਨੇ ਡੇ ਨਾਈਟ ਟਾਈਮ ਦੇ ਆ ਕੇ ਸੋ ਜਾਣਾ, ਅਤੇ ਡੇ ਟਾਈਮ ਵਾਲਿਆਂ ਨੇ ਸ਼ਿਫਟ ਕਰਨੀ, ਉਹਨਾਂ ਨੇ ਨਾਈਟ ਟਾਈਮ ਦੇ ਵਿੱਚ ਆ ਕੇ ਸੋਣਾ। ਇਹਨਾਂ ਮੁਸ਼ਕਲਾਂ ਤੋਂ ਲੰਘਦਿਆਂ ਹੋਇਆਂ ਅੱਜ ਸਾਨੂੰ ਲੱਗਦਾ ਹੈ ਕਿ ਜੋ ਰਵਿਦਾਸੀਆ ਸਮਾਜ ਹੈ, ਸਾਡੇ ਬਜ਼ੁਰਗਾਂ ਦੀ ਮਿਹਨਤ ਦੇ ਨਾਲ ਜਾਂ ਸਤਿਗੁਰੂ ਰਵਿਦਾਸ ਜੀ ਦੀ ਬਲੈਸਿੰਗ ਦੇ ਨਾਲ ਉਹ ਬੁਲੰਦੀਆਂ ਨੂੰ ਛੂਹ ਰਹੇ ਹਨ। ਕਾਰੋਬਾਰ ਦੇ ਵਿੱਚ, ਬਿਜ਼ਨਸ ਵਪਾਰ ਦੇ ਵਿੱਚ ਉਹ ਅੱਗੇ ਆ ਰਹੇ ਹਨ। ਜਾਂ ਬਹੁਤ ਸਾਰੇ ਸਾਡੇ ਭੈਣ ਭਰਾ, ਜਿਸ ਤਰ੍ਹਾਂ ਮੈਂ ਗੱਲ ਕਰਦਾ ਹਾਂ, ਡਾਕਟਰ ਹਨ, ਸਾਇੰਟਿਸਟ ਹਨ, ਇੰਜੀਨੀਅਰ ਹਨ, ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਜ਼ਿੰਦਗੀ ਦੇ ਵਿੱਚ ਤਰੱਕੀ ਕੀਤੀ ਹੈ। ਅਤੇ ਆਪਣੀਆਂ ਜੜ੍ਹਾਂ ਦੇ ਨਾਲ ਹਮੇਸ਼ਾ ਹੀ ਜੁੜੇ ਰਹਿਣ ਦੇ ਲਈ ਮੈਂ ਰਿਕੁਐਸਟ ਕਰਦਾ ਹਾਂ ਕਿ ਜੜ੍ਹਾਂ ਦੇ ਨਾਲ ਜੁੜੇ ਰਹੋ, ਆਪਣੇ ਸਮਾਜ ਦੇ ਨਾਲ ਜੁੜੇ ਰਹੋ। ਆਪਣੇ ਜਦ ਤੱਕ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਾਂਗੇ, ਤਦ ਤੱਕ ਸਾਨੂੰ ਜ਼ਿੰਦਗੀ ਦੇ ਵਿੱਚ ਤਰੱਕੀ ਅਤੇ ਪ੍ਰੋਸਪੈਰਿਟੀ ਮਿਲਦੀ ਰਹਿੰਦੀ ਹੈ। ਜਿਸ ਤਰ੍ਹਾਂ ਐਗਜ਼ਾਮਪਲ ਮੈਂ ਦੇ ਰਿਹਾ ਕਿ ਅੱਗੇ ਵੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਿੰਨੀ ਦੇਰ ਤੱਕ ਅਸੀਂ ਕੋਈ ਵੀ ਟਰੀ ਹੋਵੇ ਜਾਂ ਕੋਈ ਪਲਾਂਟ ਹੋਵੇ, ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਰਹਿੰਦਾ ਹੈ, ਉਨੀ ਦੇਰ ਤੱਕ ਉਹ ਗ੍ਰੀਨ ਰਹਿੰਦਾ ਹੈ। ਜਦ ਆਪਣੀਆਂ ਜੜ੍ਹਾਂ ਤੋਂ ਉਖੜ ਜਾਵੇ
ਤੇ ਫਿਰ ਉਹ ਸੁੱਕ ਜਾਂਦਾ ਹੈ, ਟੁੱਟ ਜਾਂਦਾ ਹੈ ਤੇ ਉਸ ਦੇ ਫੁੱਲ ਵੀ ਮੁਰਝਾ ਜਾਂਦੇ ਹਨ। ਆਪਣੇ ਸਮਾਜ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੀ ਜੜ੍ਹਾਂ ਦੇ ਨਾਲ ਜੁੜੇ ਰਹਿਣਾ। ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਮੁਸ਼ਕਲਾਂ ਆਉਂਦੀਆਂ ਹੀ ਰਹਿੰਦੀਆਂ ਹਨ। ਉਹਨਾਂ ਦੁੱਖ ਤਕਲੀਫ ਮੁਸ਼ਕਲਾਂ ਇੱਕ ਜ਼ਿੰਦਗੀ ਦਾ ਹਿੱਸਾ ਹਨ। ਉਹਨਾਂ ਮੁਸ਼ਕਲਾਂ ਨੂੰ ਇੱਕ ਜ਼ਿੰਦਗੀ ਦੇ ਚੈਲੰਜ ਸਮਝ ਕੇ ਉਹਨਾਂ ਨੂੰ ਫੇਸ ਕਰਨਾ ਚਾਹੀਦਾ ਹੈ, ਕਿਉਂਕਿ ਉਤਰਾਅ ਚੜ੍ਹਾਅ ਜਦੋਂ ਜ਼ਿੰਦਗੀ ਦੇ ਅਸੀਂ ਚੱਲਦੇ ਹਾਂ ਤੇ ਉਹ ਆਉਂਦੇ ਹੀ ਰਹਿੰਦੇ ਹਨ। ਉਹਨਾਂ ਉਤਰਾਵਾਂ ਚੜ੍ਹਾਵਾਂ ਤੋਂ ਜਾ ਕੇ ਹੀ ਸਾਨੂੰ ਜੋ ਤਜਰਬਾ ਹੈ, ਐਕਸਪੀਰੀਅੰਸ ਹੈ, ਉਹ ਐਕਸਪੀਰੀਅੰਸ ਹੁੰਦਾ ਹੈ। ਅਗਰ ਅਸੀਂ ਜਿਉਂ-ਜਿਉਂ ਕਿਸੇ ਵੀ ਜੌਬ ਦੇ ਵਿੱਚ, ਕਿਸੇ ਵੀ ਕੰਮ ਦੇ ਵਿੱਚ ਸਾਨੂੰ ਐਕਸਪੀਰੀਅੰਸ ਹੁੰਦਾ ਹੈ 2 ਸਾਲ ਦਾ, 4 ਸਾਲ ਦਾ, 10 ਸਾਲ ਦਾ, ਤਿਉਂ-ਤਿਉਂ ਸਾਡਾ ਜੋ ਦਿਮਾਗ ਹੈ ਉਸ ਦੇ ਵਿੱਚ ਜ਼ਿਆਦਾ ਨੌਲੇਜ ਭਰਦਾ ਹੈ। ਜ਼ਿੰਦਗੀ ਦੇ ਵਿੱਚ ਆਪਣੇ ਨੂੰ ਇੱਕ ਤਰੱਕੀ ਦੇ ਰਸਤੇ ਵੱਲ ਲੈ ਜਾਣਾ, ਇੱਕ ਸੱਚਾਈ ਵੱਲ ਲੈ ਜਾਣਾ, ਇੱਕ ਰਿਐਲਿਟੀ ਵੱਲ ਲੈ ਜਾਣਾ, ਇੱਕ ਹਿਊਮੈਨਿਟੀ ਵੱਲ ਲੈ ਜਾਣਾ, ਉਹ ਗੁਰੂਆਂ ਦੇ ਸੱਚੇ ਆਦੇਸ਼ ਹਨ। ਲੜਾਈਆਂ ਝਗੜਿਆਂ ਦੇ ਵਿੱਚ ਕੁਛ ਨਹੀਂ ਰੱਖਿਆ। ਆਓ ਆਪਾਂ ਇੱਕ ਇਹੋ ਜਿਹੀ ਸਾਂਝ ਪੈਦਾ ਕਰੀਏ ਜੋ ਗੁਰੂ ਜੀ ਜਿਸ ਸਾਂਝ ਦੀ ਗੱਲ ਕਰਦੇ ਹਨ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਆਪਣੀ ਜੋ ਸੁਸਾਇਟੀ ਹੈ, ਆਪਣੀ ਸਮਾਜ ਹੈ, ਉਸ ਦੇ ਨਾਲ ਜੁੜੇ ਰਹਿ ਕੇ ਤੇ ਚੰਗੀ ਸੋਚ ਰੱਖ ਕੇ ਹੀ ਅਸੀਂ ਉਸ ਨੂੰ ਕੋਈ ਚੰਗੀ ਸੇਧ ਦੇ ਸਕਦੇ ਹਾਂ। ਜੇ ਅਸੀਂ ਇੱਕ ਛੱਪੜ ਦੇ ਡੱਡੂ ਦੀ ਤਰ੍ਹਾਂ ਉਨੀ ਕੁ ਜਗ੍ਹਾ ਦੇ ਵਿੱਚ ਹੀ ਘੁੰਮਦੇ ਰਹੇ ਤੇ ਸਾਡਾ ਜੋ ਨੌਲੇਜ ਹੈ, ਜੋ ਸਾਡਾ ਗਿਆਨ ਹੈ, ਉਹ ਲਿਮਟਿਡ ਜਿਹਾ ਹੋ ਜਾਂਦਾ ਹੈ। ਫਿਰ ਸਾਨੂੰ ਉਸ ਦੀ, ਜਿਸ ਤਰ੍ਹਾਂ ਇੱਕ ਛੱਪੜ ਦੇ ਡੱਡੂ ਨੂੰ ਬਾਹਰਲੀ ਦੁਨੀਆ ਦਾ ਨਹੀਂ ਪਤਾ ਹੁੰਦਾ ਕਿ ਬਾਹਰ ਵਿੱਚ ਬੜੇ ਬੜੇ ਲੇਕਸ ਹਨ, ਸਮੁੰਦਰ ਹਨ, ਬਹੁਤ ਸਾਰੇ ਦਰਿਆ ਹਨ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਇੱਕ ਖੂਹ ਦੇ ਵਿੱਚ ਰਹਿ ਕੇ ਹੀ ਉਹ ਛੋਟੇ ਜਿਹੇ ਦਾਇਰੇ ਵਾਲੀ ਜ਼ਿੰਦਗੀ ਜਿਉਂਦਾ ਰਹਿੰਦਾ ਹੈ। ਆਓ ਆਪਾਂ ਉਸ ਦੇ ਵਿੱਚੋਂ ਨਿਕਲ ਕੇ ਆਪਣੇ ਨੌਲੇਜ ਨੂੰ ਬਰੋਡਨ ਕਰੀਏ, ਆਪਣੇ ਗਿਆਨ ਨੂੰ ਬਰੋਡਨ ਕਰੀਏ, ਇੱਕ ਭਾਈਚਾਰਾ ਕ੍ਰੀਏਟ ਕਰੀਏ, ਇੱਕ ਦੂਸਰੇ ਦੀ ਰਿਸਪੈਕਟ ਕਰੀਏ, ਇੱਕ ਦੂਸਰੇ ਨਾਲ ਮਿਲ ਕੇ ਚੱਲੀਏ। ਤੇ ਕਾਂਚੀ ਸ਼ਹਿਰ ਦੇ ਵਿੱਚ ਜੋ ਸਤਿਗੁਰੂ ਰਵਿਦਾਸ ਜੀ ਦਾ ਜੋ ਪ੍ਰੋਗਰਾਮ ਹੈ, ਇਸ ਨੂੰ ਦੇਖਣ ਦੇ ਲਈ, ਇਸ ਨੂੰ ਮਨਾਉਣ ਦੇ ਲਈ ਬਹੁਤ ਸਾਰੀਆਂ ਸੰਗਤਾਂ ਜਾ ਰਹੀਆਂ ਹਨ। ਅਗਰ ਤੁਸੀਂ ਵੀ ਜਾਣਾ ਹੈ, ਤੁਸੀਂ ਵੀ ਆਪਣੀ ਟਿਕਟ ਬੁੱਕ ਕਰਵਾ ਲਓ, ਕਿਉਂਕਿ ਬਾਅਦ ਵਿੱਚ ਉੱਥੋਂ ਹਫ਼ਤੇ ਕੁ ਦਾ ਪ੍ਰੋਗਰਾਮ ਹੁੰਦਾ ਹੈ ਤੇ ਉੱਥੇ ਹੋਟਲ ਦੇ ਵਿੱਚ ਰਹਿਣਾ, ਜਾਂ ਫਿਰ ਤੁਸੀਂ ਟ੍ਰੇਨ ਦੇ ਵਿੱਚ ਟਰੈਵਲ ਕਰਨਾ, ਜਾਂ ਫਿਰ ਤੁਸੀਂ ਬਾਈ 에ਅਰ ਜਾਣਾ, ਇਹ ਤੁਹਾਡੀ ਆਪਣੀ ਪਰਸਨਲ ਚੋਇਸ ਹੁੰਦੀ ਹੈ। ਪਰ ਜੋ ਉਸ ਟ੍ਰੇਨ ਦਾ ਨਜ਼ਾਰਾ ਹੈ ਉਹ ਤੇ ਇੱਕ ਖਾਸ ਹੀ ਨਜ਼ਾਰਾ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਇੱਕ ਵਾਰ ਤੁਸੀਂ ਉਸ ਟ੍ਰੇਨ ਦੇ ਵਿੱਚ ਟਰੈਵਲ ਜ਼ਰੂਰ ਕਰੋ। ਥੋੜ੍ਹੀ ਬਹੁਤੀ ਮੁਸ਼ਕਿਲ ਆਉਂਦੀ ਹੈ ਕਿਉਂਕਿ ਉਹ ਟ੍ਰੇਨਾਂ ਦੇ ਵਿੱਚ ਠੰਡ ਹੁੰਦੀ ਹੈ, ਪਰ ਫਿਰ ਵੀ ਦੇਖਿਆ ਹੈ ਕਿ ਜੋ ਉੱਥੋਂ ਸੰਗਤਾਂ ਦੇ ਵਿੱਚ ਜੋ ਜੋਸ਼ ਹੁੰਦਾ ਹੈ, ਜੋ ਉਹਨਾਂ ਵਿੱਚ ਕਰੇਜ ਹੁੰਦਾ ਹੈ, ਜੋ ਉਹਨਾਂ ਵਿੱਚ ਹੌਸਲਾ ਹੁੰਦਾ ਹੈ, ਉਹ ਗੁਰੂ ਜੀ ਦੀ ਬਲੈਸਿੰਗ ਦੇ ਨਾਲ ਬਹੁਤ ਚੰਗੇ ਤਰੀਕੇ ਦੇ ਨਾਲ ਉਹ ਆਪਣੀ ਯਾਤਰਾ ਕਰਦੇ ਹਨ। ਡਾਕਟਰ ਨਾਲ ਹੁੰਦੇ ਹਨ ਤੇ ਨਾਲ ਸਿਕਿਉਰਿਟੀ ਦੇ ਲਈ ਤੁਹਾਡੇ ਨਾਲ ਸਿਕਿਉਰਿਟੀ ਵੀ ਪੂਰੀ ਟ੍ਰੇਨ ਦੀ ਰੱਖੀ ਜਾਂਦੀ ਹੈ। ਕਿਸੇ ਤਰ੍ਹਾਂ ਦੀ ਮੁਸ਼ਕਿਲ, ਜਿੰਨੇ ਵੀ ਸੇਵਾਦਾਰ ਹੁੰਦੇ ਹਨ ਉਹ ਚਾਹ ਪਾਣੀ ਦਾ ਹਮੇਸ਼ਾ ਹੀ ਖਿਆਲ ਰੱਖਦੇ ਹਨ। ਸ਼ਬਦ ਕੀਰਤਨ ਚੱਲਦਾ ਰਹਿੰਦਾ ਹੈ। ਕਿਸੇ ਹੋਰ ਪੈਸੇਂਜਰ ਨੂੰ ਉਸ ਟ੍ਰੇਨ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ। ਪੂਰੀ ਸ਼ਰਧਾ ਦੇ ਨਾਲ, ਪੂਰੇ ਰਿਚੁਅਲ ਰੀਤ ਰਿਵਾਜ ਦੇ ਨਾਲ ਉਸ ਟ੍ਰੇਨ ਨੂੰ ਜਲੰਧਰ ਤੋਂ ਅਲਵਿਦਾ ਕੀਤਾ ਜਾਂਦਾ ਹੈ। ਸੰਤ ਨਿਰੰਜਨ ਦਾਸ ਜੀ ਉਸ ਟ੍ਰੇਨ ਦੀ ਅਗਵਾਈ ਕਰਦੇ ਹਨ। ਉਹ ਟ੍ਰੇਨ ਲੈ ਕੇ ਜਾਂਦੇ ਹਨ ਤੇ ਉੱਥੇ ਨਿਸ਼ਾਨ ਸਾਹਿਬ ਚਲਾਏ ਜਾਂਦੇ ਹਨ, ਝੰਡੇ ਚਲਾਏ ਜਾਂਦੇ ਹਨ, ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਤੇ ਇੱਕ ਵਾਰੀ ਤੁਸੀਂ, ਜਿਸ ਤਰ੍ਹਾਂ ਸਾਡਾ ਦਿਲ ਕਰਦਾ ਹੈ ਕਿ ਆਪਣੇ ਪਿੰਡ ਨੂੰ ਜਾਣਾ, ਆਪਣੇ ਸ਼ਹਿਰ ਨੂੰ ਜਾਣਾ, ਆਪਣੇ ਦੇਸ਼ ਨੂੰ ਜਾਣਾ, ਉਸੇ ਤਰ੍ਹਾਂ ਹੀ ਇਹ ਸਮਝ ਕੇ ਕਿ ਗੁਰੂ ਜੀ ਜਿਸ ਸ਼ਹਿਰ ਦੇ ਵਿੱਚ ਜਨਮੇ ਸੀ, ਗੁਰੂ ਜੀ ਜਿਸ ਸ਼ਹਿਰ ਦੇ ਵਿੱਚ, ਬਨਾਰਸ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਇਹ ਹੋਕਾ ਦਿੱਤਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ। ਉਹਨਾਂ ਨੇ ਉਸ ਵੇਲੇ ਦੀ ਗਵਰਨਮੈਂਟ ਨੂੰ, ਉਸ ਵੇਲੇ ਦੇ ਰਾਜਿਆਂ ਨੂੰ ਇੱਕ ਚੈਲੰਜ ਕੀਤਾ ਸੀ ਕਿ ਮੈਂ ਇਹੋ ਜਿਹੀ ਦੁਨੀਆ ਨੂੰ ਦੇਖਣਾ ਚਾਹੁੰਦਾ ਹਾਂ ਜਿੱਥੇ ਹਰ ਇੱਕ ਆਦਮੀ ਨੂੰ ਰੋਟੀ ਮਿਲੇ, ਕੱਪੜਾ ਮਿਲੇ, ਮਕਾਨ ਮਿਲੇ, ਕੋਈ ਭੁੱਖਾ ਨਾ ਸੌਵੇ। ਤੇ ਅੱਜ ਵੀ ਦੇਖਿਆ ਜਾਵੇ ਇਹ ਦੁਨੀਆ ਵਿੱਚ ਇਹੋ ਜਿਹੇ ਹਾਲਾਤ ਨਹੀਂ ਬਣੇ ਹਨ, ਪਰ ਬਹੁਤ ਸਾਰੇ ਦੇਸ਼, ਬਹੁਤ ਸਾਰੇ ਕੰਟਰੀਜ਼ ਇੱਥੇ ਹਨ ਜਿੱਥੇ ਇਹਨਾਂ ਚੀਜ਼ਾਂ ਦੀ ਰਿਸਪੈਕਟ ਕੀਤੀ ਜਾਂਦੀ ਹੈ। ਪਰ ਅਗਰ ਅਸੀਂ ਇਸ ਫਿਲਾਸਫੀ ਨੂੰ ਕੈਰੀ ਔਨ ਕਰਨਾ ਹੈ, ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਭਾਈਚਾਰਾ ਕ੍ਰੀਏਟ ਕਰਨਾ ਹੈ, ਤੇ ਸਾਨੂੰ ਉਹਨਾਂ ਦੀ ਫਿਲਾਸਫੀ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਉਸ ਫਿਲਾਸਫੀ ਨੂੰ ਅਸੀਂ ਤਾਂ ਹੀ ਸਮਝ ਸਕਦੇ ਹਾਂ ਅਗਰ ਅਸੀਂ ਉਹਨਾਂ ਸ਼ਬਦਾਂ ਨੂੰ ਪੜ੍ਹਾਂਗੇ, ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਉਹਨਾਂ ਨੂੰ ਟਰਾਂਸਲੇਟ ਕਰਕੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਅਸੀਂ ਜਿਹੋ ਜਿਹੇ ਅਸੀਂ ਦੇਸ਼ ਵਿੱਚ ਰਹਿੰਦੇ ਹਾਂ, ਕਿਉਂਕਿ ਜਿਸ ਦੇਸ਼ ਵਿੱਚ ਅਸੀਂ ਜਨਮੇ ਹਾਂ ਜਾਂ ਜਿਸ ਦੇਸ਼ ਵਿੱਚ ਰਹਿੰਦੇ ਹਾਂ, ਉੱਥੋਂ ਦੀ ਜੋ ਲੈਂਗੁਏਜ ਹੁੰਦੀ ਹੈ ਉਹੀ ਤੁਹਾਡੀ ਸਾਡੀ ਮਦਰ ਟੰਗ ਹੁੰਦੀ ਹੈ। ਜੇ ਕੋਈ ਸਪੇਨ ਦੇ ਵਿੱਚ ਰਹਿੰਦਾ ਹੈ ਤੇ ਸਪੈਨਿਸ਼ ਉਸ ਦੀ ਮਦਰ ਟੰਗ ਬਣ ਜਾਂਦੀ ਹੈ, ਜਾਂ ਫਿਰ ਫਰਾਂਸ ਵਿੱਚ ਰਹਿੰਦਾ ਹੈ ਤੇ ਉਹ ਫ੍ਰੈਂਚ ਬੋਲਣੀ ਸ਼ੁਰੂ ਕਰ ਦਿੰਦਾ ਹੈ, ਇਟਲੀ ਵਿੱਚ ਇਟਾਲੀਅਨ ਬੋਲਦਾ ਹੈ ਤੇ ਚਾਈਨਾ ਵਿੱਚ ਚਾਈਨੀਜ਼ ਬੋਲਦੇ ਹਨ। ਜਿਹੋ ਜਿਹੇ ਵੀ ਅਸੀਂ ਦੇਸ਼ ਦੇ ਵਿੱਚ ਜਿਹੋ ਜਿਹੇ ਵੀ ਹਾਲਾਤਾਂ ਵਿੱਚ ਰਹਿੰਦੇ ਹਾਂ, ਪਰ ਜੋ ਮੈਸੇਜ ਹੁੰਦਾ ਹੈ, ਜੋ ਪੈਗਾਮ ਹੁੰਦਾ ਹੈ,
ਉਹ ਤੇ ਇੱਕ ਸਾਂਝਾ ਪੈਗਾਮ ਹੁੰਦਾ ਹੈ। ਇਹ ਸਪਰੈਡ ਕਰੋ, ਦੁਨੀਆ ਭਰ ਦੇ ਵਿੱਚ ਲੈ ਕੇ ਜਾਓ, ਤਾਂ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਅਸੀਂ ਉਸ ਗੁਰੂ ਦੇ ਫੋਲੋਅਰ ਹਾਂ, ਉਸ ਗੁਰੂ ਦੀ ਫਿਲਾਸਫੀ ਨੂੰ ਅੱਗੇ ਲੈ ਕੇ ਆ ਰਹੇ ਹਾਂ, ਜਾਂ ਸਾਡੇ ਬਜ਼ੁਰਗਾਂ ਨੇ ਉਸ ਗੁਰੂ ਦੀ ਫਿਲਾਸਫੀ ਨੂੰ ਅੱਗੇ ਲੈ ਕੇ ਆਂਦਾ, ਜਿਨ੍ਹਾਂ ਨੇ ਇਹ ਗੱਲ ਕੀਤੀ ਸੀ ਕਿ ਕਿਸੇ ਨੂੰ ਕੋਈ ਦੁੱਖ ਨਾ ਹੋਵੇ, ਕਿਸੇ ਨੂੰ ਕੋਈ ਤਕਲੀਫ ਨਾ ਹੋਵੇ, ਆਪਸੀ ਭਾਈਚਾਰਾ ਹੋਵੇ, ਕੋਈ ਭੁੱਖਾ ਨਾ ਸੋਵੇ, ਕੋਈ ਲੜਾਈ ਝਗੜਾ ਨਾ ਹੋਵੇ, ਆਪਸ ਦੇ ਵਿੱਚ ਇੱਕ ਪ੍ਰੇਮ ਦੀ ਸਾਂਝ ਬਣੀ ਰਹੇ। ਸਾਂਝ ਬਣਾਉਣ ਦੇ ਲਈ ਹੀ ਇਸ ਪ੍ਰੋਗਰਾਮ ਦਾ ਨਾਮ ਅਸੀਂ ਸਾਂਝੀਵਾਲਤਾ ਦਾ ਪ੍ਰੋਗਰਾਮ ਰੱਖਿਆ ਹੈ। ਗੁਰੂ ਜੀ ਦੇ ਮਿਸ਼ਨ ਦੀ ਗੱਲ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਸਧਨਾ ਜੀ, ਸਤਿਗੁਰੂ ਸੈਨ ਜੀ, ਜਾਂ ਜਿੰਨੇ ਵੀ ਫਿਲਾਸਫਰ ਜਾਂ ਗੁਰੂ ਪੀਰ ਪੈਗੰਬਰ ਹੁੰਦੇ ਹਨ, ਅਸੀਂ ਉਹਨਾਂ ਦੀ ਬਾਣੀ ਦੇ ਵਿੱਚੋਂ, ਉਹਨਾਂ ਦੇ ਮੈਸੇਜ ਦੇ ਵਿੱਚੋਂ, ਉਹਨਾਂ ਦੇ ਪੈਗਾਮ ਦੇ ਵਿੱਚੋਂ ਕੋਈ ਨਾ ਕੋਈ ਗੱਲ ਲੈ ਕੇ ਆਪ ਜੀ ਦੇ ਨਾਲ ਸ਼ੇਅਰ ਕਰਦੇ ਹਾਂ। ਅਤੇ ਕਦੇ ਕਦੇ ਅਸੀਂ ਲਾਈਵ ਕਾਲਾਂ ਲੈ ਕੇ ਤੁਹਾਡੇ ਨਾਲ ਗੱਲਾਂ ਵੀ ਕਰਦੇ ਹਾਂ, ਜਿਸ 'ਤੇ ਸਾਨੂੰ ਜ਼ਰੂਰਤ ਹੁੰਦੀ ਹੈ ਕਿ ਤੁਹਾਡੀ ਫੀਡਬੈਕ ਦੀ। ਜਿਸ ਤਰ੍ਹਾਂ ਆਉਣ ਵਾਲੇ 1-2 ਹਫ਼ਤੇ ਤੱਕ ਅਸੀਂ ਪ੍ਰੋਗਰਾਮ ਕਰਾਂਗੇ, ਜਿਸ ਦੇ ਵਿੱਚ ਆਪ ਜੀ ਦੇ ਨਾਲ ਗੱਲਾਂ ਕਰਾਂਗੇ। ਜੋ ਬਨਾਰਸ ਦਾ ਪ੍ਰੋਗਰਾਮ ਹੈ ਉਸ ਨੂੰ ਲਾਈਵ ਵੀ ਦਿਖਾਉਣਾ ਹੈ। ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ 'ਤੇ ਜੋ ਆਪ ਜੀ ਨੇ ਵਧਾਈਆਂ ਦੇਣੀਆਂ ਹਨ, ਉਸ ਦੇ ਨਾਲ ਬਾਰੇ ਵੀ ਗੱਲਾਂ ਕਰਨੀਆਂ ਹਨ। ਆਓ ਆਪਾਂ ਇਕੱਠੇ ਹੋ ਕੇ ਇਹ ਜੋ ਲਹਿਰ ਹੈ, ਇਹ ਮਿਸ਼ਨ ਹੈ, ਇਸ ਨੂੰ ਅੱਗੇ ਲਿਜਾਣ ਦੇ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ। ਤੁਹਾਡੀ ਜ਼ਰੂਰਤ ਹੈ, ਤੁਹਾਡੇ ਵੱਲੋਂ ਫਾਈਨੈਂਸ਼ੀਅਲ ਜ਼ਰੂਰਤ ਹੈ, ਫਾਈਨੈਂਸ ਦੀ ਜ਼ਰੂਰਤ ਹੈ। 10 ਪਾਉਂਡ 20 ਪਾਉਂਡ ਕੋਈ ਜ਼ਿਆਦਾ ਨਹੀਂ ਹੁੰਦੇ। ਅਗਰ ਤੁਸੀਂ ਆਪਣੇ ਅਕਾਊਂਟ ਦੇ ਵਿੱਚੋਂ ਡਾਇਰੈਕਟ ਡੈਬਿਟ ਸੈਟਅਪ ਕਰ ਦਿੰਦੇ ਹੋ ਤੇ ਇਹ TV ਸਟੇਸ਼ਨ ਕਦੇ ਵੀ ਬੰਦ ਨਹੀਂ ਹੁੰਦਾ। ਬਜ਼ੁਰਗਾਂ ਨੇ ਇੱਕ ਘੰਟਾ ਲੈ ਕੇ ਟਾਈਮ ਹਾਇਰ ਕਰਕੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਆਂਦਾ। ਅੱਜ ਲੱਕੀ ਹਾਂ ਕਿ ਸਾਡੇ ਕੋਲ ਆਪਣਾ TV ਹੈ, ਆਪਣਾ ਚੈਨਲ ਹੈ, ਤੁਹਾਡੀ ਆਪਣੀ ਆਵਾਜ਼ ਹੈ, ਤੁਹਾਡੀ ਆਪਣੀ ਵੌਇਸ ਹੈ, ਕਮਿਊਨਿਟੀ ਦੀ, ਸਮਾਜ ਦੀ ਆਵਾਜ਼ ਹੈ। ਇਸ ਨੂੰ ਬਣਾਏ ਰੱਖਣ ਦੇ ਲਈ ਆਪਣਾ ਯੋਗਦਾਨ ਹਿੱਸਾ ਜ਼ਰੂਰ ਪਾਵੋ। ਆਪਣੇ ਕਾਰੋਬਾਰ, ਬਿਜ਼ਨਸ, ਵਪਾਰ ਦੇ ਲਈ ਇਸ ਨੂੰ ਵਿੱਚ ਐਡਵਰਟਾਈਜ਼ ਜ਼ਰੂਰ ਲੈ ਕੇ ਆਓ। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਗਾ। ਮੇਰੇ ਵੱਲੋਂ, ਕੰਚੀ TV ਦੀ ਪੂਰੀ ਟੀਮ ਵੱਲੋਂ ਆਪ ਸਾਰਿਆਂ ਨੂੰ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ। ਥੈਂਕ ਯੂ ਜੀ।